ਇਹ ਉਹ ਦਿਨ ਹੁਣ ਜਿਸ ਵੇਲੇ ਦਾਊਦ ਦਾ ਘਰ ਜਾਣ ਦਾ ਸਮਾਂ ਆ ਗਿਆ। ਔਰ ਜਿੱਦਾਂ ਜਿੱਦਾਂ ਸਮਾਂ ਲਾਗੇ ਆ ਰਿਹਾ, ਦਾਊਦ ਆਪਣੇ ਆਪ ਨੂੰ ਉਦਾਂ ਹੀ ਪ੍ਰਭੂ ਦੇ ਵਿੱਚ ਉਦਾਂ ਹੀ ਡੂੰਘਾ ਲੈ ਕੇ ਜਾ ਰਿਹਾ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇੱਕ ਆਖਰੀ ਗਲਤੀ ਜੋ ਹੋਈ ਆ ਉਸ ਦੇ ਬਾਰੇ ਅਸੀਂ ਦੇਖਾਂਗੇ। ਮੇਰੇ ਨਾਲ ਅਸੀਂ 23ਵਾਂ ਚੈਪਟਰ ਸਕਿਪ ਕਰਾਂਗੇ। 23ਵਾਂ ਚੈਪਟਰ ਅਸੀਂ ਜਿਸਲੇ ਫਸਟ ਕਿੰਗ ਪੜਾਂਗੇ ਉੱਥੇ ਜਾ ਕੇ ਪੜਾਂਗੇ, ਪਹਿਲੇ ਰਾਜਿਆਂ ਦੇ ਵਿੱਚ ਜਾ ਕੇ ਪੜਾਂਗੇ, ਸੋਲੋਮਨ ਦੇ ਸਮੇਂ ਦੇ ਵਿੱਚ ਜੋ ਹੋਇਆ। ਲੇਕਿਨ 24ਵਾਂ ਚੈਪਟਰ ਦੇ ਵਿੱਚ ਅਸੀਂ ਹੁਣ ਆ ਜਾਂਦੇ ਹਾਂ। 24ਵੇਂ ਚੈਪਟਰ ਦੀ ਕੋਈ ਜਾਣਾ ਇਸ ਦੀਆਂ ਪਹਿਲੀਆਂ 12 ਆਇਤਾਂ ਪੜ੍ਹਦਾ ਹੈ। ਮੈਂ ਪੜ੍ਹਨੇ ਪਾਪਾ ਜੀ। ਹਾਂਜੀ ਹਾਂਜੀ, ਸਾਰਿਆਂ ਨੂੰ ਜੈ ਮਸੀਹ ਦੀ। ਦਾਊਦ ਦਾ ਜਾਣਕਾਰਨਾ ਘਟਨਾ ਪੇਜ ਹੈਗਾ 488। ਪ੍ਰਭੂ ਦਾ ਗੁੱਸਾ ਇੱਕ ਵਾਰ ਫਿਰ ਇਸਰਾਏਲੀਆਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਸਨੇ ਦਾਊਦ ਦੇ ਦੁਆਰਾ ਉਹਨਾਂ ਉੱਤੇ ਦੁੱਖ ਲਿਆਉਣ ਲਈ ਉਹਨਾਂ ਨੂੰ ਪ੍ਰੇਰਿਆ। ਪ੍ਰਭੂ ਨੇ ਦਾਊਦ ਨੂੰ ਕਿਹਾ, ਜਾ ਇਸਰਾਏਲ ਅਤੇ ਯਹੂਦਾ ਦੀ ਜਨਗਣਨਾ ਕਰ। ਸੋ ਦਾਊਦ ਨੇ ਆਪਣੇ ਸੈਨਾਪਤੀ ਯੋਆਬ ਨੂੰ ਕਿਹਾ, ਤੂੰ ਆਪਣੇ ਅਧਿਕਾਰੀਆਂ ਨਾਲ ਜਾ ਅਤੇ ਸਾਰੇ ਇਸਰਾਏਲ ਦੇ ਕਬੀਲਿਆਂ ਅਰਥਾਤ ਦਾਨ ਤੋਂ ਲੈ ਕੇ ਬੇਰਸ਼ਬਾ ਤੱਕ ਦੀ ਜਨਗਣਨਾ ਕਰ। ਮੈਂ ਆਪਣੇ ਸਭ ਲੋਕਾਂ ਦੀ ਗਿਣਤੀ ਚਾਹੁੰਦਾ ਹਾਂ। ਪਰ ਜਵਾਬ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ, ਪ੍ਰਭੂ ਤੁਹਾਡਾ ਪਰਮੇਸ਼ਰ ਇਸਰਾਏਲ ਦੇ ਲੋਕਾਂ ਦੀ ਗਿਣਤੀ ਨੂੰ ਹੁਣ ਨਾਲੋਂ 100 ਗੁਣਾ ਵਧਾਵੇ ਅਤੇ ਤੁਸੀਂ ਆਪ ਇਸ ਵਾਧੇ ਨੂੰ ਦੇਖੋ। ਪਰ ਮਹਾਰਾਜ, ਮੇਰਾ ਮਾਲਕ ਇਹ ਕੰਮ ਕਿਉਂ ਕਰਵਾਉਣਾ ਚਾਹੁੰਦਾ ਹੈ? ਪਰ ਜਵਾਬ ਨੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਰਾਜਾ ਦੀ ਆਗਿਆ ਮੰਨਣੀ ਪਈ। ਇਸ ਲਈ ਉਹ ਰਾਜਾ ਦੇ ਸਾਹਮਣੇ ਇਸਰਾਏਲ ਦੀ ਜਨਗਣਨਾ ਕਰਨ ਚਲੇ ਗਏ। ਉਹਨਾਂ ਨੇ ਜਰਦਨ ਦਰਿਆ ਨੂੰ ਪਾਰ ਕਰਕੇ ਅਰੋਏਰ ਵਿੱਚ ਜਾ ਕੇ ਤੰਬੂ ਲਾਏ। ਅਰੋਏਰ ਸ਼ਹਿਰ ਵਾਦੀ ਦੇ ਵਿਚਕਾਰ ਸੀ ਅਤੇ ਉਹ ਉੱਥੋਂ ਗਾਦ ਤੋਂ ਹੁੰਦੇ ਹੋਏ ਯਾਜੇਰ ਵੱਲ ਗਏ। ਅੱਗੇ ਉਹ ਗਿਲਿਆਦ ਤੋਂ ਹੁੰਦੇ ਹੋਏ ਹਿੱਤੀ ਲੋਕਾਂ ਦੇ ਨਗਰ ਕਾਦੇਸ਼ ਵਿੱਚ ਪਹੁੰਚੇ। ਫਿਰ ਉਹ ਦਾਨ ਤੋਂ ਦੀ ਹੋ ਕੇ ਸਿਦੋਨ ਵਿੱਚ ਗਏ। ਉੱਥੋਂ ਅੱਗੇ ਉਹ ਕਿਲੇਬੰਦੀ ਵਾਲੀ ਸੋਰ ਨਗਰ ਵਿੱਚੋਂ ਦੀ ਹੁੰਦੇ ਹੋਏ ਹਿਵੀਆਂ ਅਤੇ ਕਨਾਨੀਆਂ ਦੇ ਸਭ ਨਗਰਾਂ ਵਿੱਚ ਗਏ। ਅੰਤ ਵਿੱਚ ਯਹੂਦਾ ਦੇ ਦੱਖਣ ਵਿੱਚ ਬੇਰਸ਼ਬਾ ਨਗਰ ਵਿੱਚ ਪਹੁੰਚ ਗਏ। ਇਸ ਤਰ੍ਹਾਂ ਉਹ ਸਾਰੇ ਦੇਸ਼ ਦਾ ਦੌਰਾ ਕਰਕੇ 9 ਮਹੀਨੇ ਅਤੇ 20 ਦਿਨਾਂ ਦੇ ਪਿੱਛੋਂ ਯਰੂਸ਼ਲਮ ਵਿੱਚ ਵਾਪਸ ਆ ਗਏ। ਤਦ ਉਹਨਾਂ ਨੇ ਰਾਜਾ ਨੂੰ ਆ ਕੇ ਦੱਸਿਆ ਕਿ ਇਸਰਾਏਲ ਵਿੱਚ 8 ਲੱਖ ਅਤੇ ਯਹੂਦਾ ਵਿੱਚ 5 ਲੱਖ ਆਦਮੀ ਸਨ ਜੋ ਸੈਨਾ ਦੀ ਸੇਵਾ ਦੇ ਯੋਗ ਹਨ। ਪਰ ਜਨਗਣਨਾ ਕਰ ਚੁੱਕਣ ਦੇ ਪਿੱਛੋਂ ਦਾਊਦ ਦਾ ਅੰਤःਕਰਨ ਦੁਖੀ ਹੋ ਉੱਠਿਆ ਅਤੇ ਉਸ ਨੇ ਪ੍ਰਭੂ ਨੂੰ ਕਿਹਾ, ਪ੍ਰਭੂ, ਮੈਂ ਇਹ ਕੰਮ ਕਰਕੇ ਇੱਕ ਵੱਡਾ ਭਿਅੰਕਰ ਪਾਪ ਕੀਤਾ ਹੈ, ਮੈਨੂੰ ਮਾਫ਼ ਕਰ ਦੇ। ਮੈਂ ਸੱਚਮੁੱਚ ਮੂਰਖਤਾ ਭਰਿਆ ਕੰਮ ਕੀਤਾ ਹੈ। ਪਰ ਜਦੋਂ ਦਾਊਦ ਅਗਲੀ ਸਵੇਰੇ ਉੱਠਿਆ ਤਾਂ ਉਸ ਨੂੰ ਗਾਦ ਨਵੀ ਦੇ ਦੁਆਰਾ ਪ੍ਰਭੂ ਦਾ ਇਹ ਸੰਦੇਸ਼ ਮਿਲਿਆ। ਪ੍ਰਭੂ ਨੇ ਗਾਦ ਨੂੰ ਕਿਹਾ, ਤੂੰ ਜਾ ਕੇ ਦਾਊਦ ਨੂੰ ਕਹਿ ਕਿ ਮੈਂ ਤੇਰੇ ਅੱਗੇ 3 ਗੱਲਾਂ ਰੱਖਦਾ ਹਾਂ। ਤੂੰ ਉਹਨਾਂ ਵਿੱਚੋਂ ਇੱਕ ਚੁਣ ਅਤੇ ਮੈਂ ਉਸੇ ਅਨੁਸਾਰ ਤੇਰੇ ਨਾਲ ਵਰਤਾਓ ਕਰਾਂਗਾ। ਬਸ ਜੀ ਇੱਥੇ ਤੱਕ ਪੜ੍ਹਨਾ ਕਿ ਅੱਗੇ? ਹਾਂ ਬਸ ਇੱਥੇ ਤੱਕ। ਥੋੜਾ ਪਿੱਛੇ ਤੱਕ ਪੜ੍ਹਨਾ ਸੀ, 10 ਤੱਕ ਹੀ ਆਪਾਂ ਪੜ੍ਹਨਾ ਸੀ, ਪਰ ਦੱਸ ਹੋ ਕੇ ਮੇਰੇ ਕੋਲ ਗਲਤੀ ਹੋ ਗਈ ਸੀ। 10ਵੀਂ ਆਇਤ ਤੋਂ ਬਾਅਦ ਸਾਮਤੀ ਲਿਖ ਲਓ, ਜ਼ਬੂਰ ਦੀ। ਹੁਣ ਅਸੀਂ ਇੱਕ ਆਮ ਚੀਜ਼ ਆ, ਸਾਰੀ ਦੁਨੀਆ ਦੇ ਵਿੱਚ ਗਿਣਤੀ ਕੀਤੀ ਜਾਂਦੀ ਆ। ਇਹ ਕੀ ਵੱਡੀ ਗੱਲ ਹੋ ਗਈ? ਪ੍ਰਭੂ ਦੀ ਉਹਨੇ ਗਿਣਤੀ ਕਰ ਲਈ ਤਾਂ ਪਾਪ ਹੋ ਗਿਆ। ਕਿਉਂ ਇਹ ਪਾਪ ਜਿਹੜਾ ਇਹ ਇੰਨਾ ਜ਼ਿਆਦਾ ਵੱਡਾ ਪਾਪ ਗਿਣਤੀ ਕਰਨ ਚ ਕੀ ਨੁਕਸਾਨ? ਬੜਾ ਅਜੀਬ ਜਿਹਾ ਸਵਾਲ ਆ, ਹਨਾ? ਇਹ ਜਾਣਨ ਦੇ ਲਈ ਸਾਨੂੰ ਅਸੀਂ, ਕਿਉਂਕਿ ਇਸ ਚੀਜ਼ ਦੇ ਉੱਤੇ ਅੱਜ ਦਾਊਦ ਤੇ ਇੰਨਾ ਜ਼ੋਰ ਨਹੀਂ ਮੈਂ ਦਊਂਗਾ, ਅੱਜ ਮੈਂ ਇਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦਊਂਗਾ। ਇਹ ਗਿਣਤੀ ਕਰਨਾ ਕੀ ਮੁਸੀਬਤ? ਇੰਡੀਆ 'ਚ ਗਿਣਤੀ ਹੁੰਦੀ ਆ, ਪਾਕਿਸਤਾਨ ਵਿੱਚ ਗਿਣਤੀ ਹੁੰਦੀ ਆ, ਹਰੇਕ 10 ਸਾਲ ਬਾਅਦ ਜਨਗਣਨਾ ਹੁੰਦੀ ਆ। ਇਹਦੇ ਵਿੱਚ ਕੀ ਨੁਕਸਾਨ ਆ? ਪ੍ਰਭੂ ਦੇ ਲੋਕਾਂ ਦੇ ਉਹ ਕਹਿੰਦੇ ਵੀ ਇਜ਼ਰਾइल ਦੇ ਰਾਜੇ ਨੇ ਫਿਰ ਰਾਜਾ ਆ, ਉਸਨੇ ਸਾਰਾ ਕੰਮ ਕਰਨੇ ਆ, ਉਸਨੇ ਗਿਣਤੀ ਕੀਤੀ ਆ। ਇਹ ਇੱਕ ਬਹੁਤ ਹੀ ਮਹੱਤਵਪੂਰਨ ਕੁਐਸਚਨ ਆ, ਕਿਉਂਕਿ ਇਹ ਪਾਪ ਅੱਜ ਵੀ ਅਸੀਂ ਚਰਚਾਂ ਦੇ ਵਿੱਚ ਕਰਦੇ ਹਾਂ। ਇਹ ਪਾਪ ਅਸੀਂ ਅੱਜ ਵੀ ਚਰਚਾਂ ਦੇ ਵਿੱਚ ਕਰਦੇ ਹਾਂ। ਤੇਰੀ ਚਰਚ ਵਿੱਚ ਕਿੰਨੇ ਬੰਦੇ ਆਉਂਦੇ ਆ, ਉਹਦੀ ਚਰਚ ਦੇ ਵਿੱਚ ਕਿੰਨੇ ਬੰਦੇ ਆਉਂਦੇ ਆ, ਇੱਥੇ ਕਿੰਨੇ ਬੰਦੇ ਆ, ਉੱਥੇ ਕਿੰਨੇ ਬੰਦੇ ਆ।
ਇਸ ਕਰਕੇ ਤੁਸੀਂ ਕਦੀ ਨਹੀਂ ਮੇਰੇ ਤੋਂ ਇਹ ਸੁਣੋਗੇ ਕਿ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੀ ਚਰਚ ਵਿੱਚ ਕਿੰਨੇ ਬੰਦੇ ਆ ਜਾਂ ਉਸ ਚਰਚ ਦੇ ਵਿੱਚ ਕਿੰਨੇ ਬੰਦੇ ਜਾਂਦੇ ਆ, ਕਿਉਂਕਿ ਇਹ ਚੀਜ਼ ਇੱਕ ਬੜਾ ਅਜੀਬ ਸੀ ਚੀਜ਼ ਸੀਗੀ। ਇਹ ਬਹੁਤ ਸਾਰੇ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ। ਲੇਕਿਨ ਮੈਂ ਜਦੋਂ ਪਹਿਲੀ ਵਾਰੀ, ਜਦੋਂ ਹਾਲੇ ਪ੍ਰਭੂ ਚ ਆਇਆ ਹੀ ਸੀ, ਜਦੋਂ ਮੈਂ ਪਹਿਲੀ ਵਾਰੀ ਬਾਈਬਲ ਪੜ੍ਹੀ, ਉਸੇ ਵੇਲੇ ਪ੍ਰਭੂ ਨੇ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿੱਤਾ ਸੀ। ਮੇਰੇ ਨਾਲ ਉਤਪਤ ਦਾ 15ਵਾਂ ਭਾਵ ਕੱਢੋ, ਉਤਪਤ ਦਾ 15ਵਾਂ ਭਾਵ ਕੱਢੋ, ਔਰ ਅਸੀਂ ਉਹ ਸਾਰੇ ਦਾ ਸਾਰਾ ਚੈਪਟਰ ਪੜਾਂਗੇ। ਜਿਹਨੂੰ ਮਿਲ ਜਾਏ ਉਹ ਸਾਰੇ ਦਾ ਸਾਰਾ ਉਸ ਚੈਪਟਰ ਨੂੰ ਪੜ੍ਹਦਾ ਹੈ। ਪੇਜ ਹੈਗਾ ਪਰਮੇਸ਼ਰ ਦਾ ਅਬਰਾਮ ਨਾਲ ਨੇਮ। ਇਸ ਦੇ ਵਿੱਚ 15ਵਾਂ ਚੈਪਟਰ ਤੇ ਪੇਜ ਵੀ ਦੱਸ ਦਿਓ। 18 ਪੇਜ ਉਤਪਤ ਦਾ 15ਵਾਂ ਭਾਵ। ਆਪਾਂ ਉਹ ਸਾਰਾ ਚੈਪਟਰ ਪੜਾਂਗੇ। ਹਾਂਜੀ। ਇਸ ਦੇ ਪਿੱਛੋਂ ਪ੍ਰਭੂ ਨੇ ਅਬਰਾਮ ਦਰਸ਼ਨ ਦੇ ਕੇ ਕਿਹਾ, ਅਬਰਾਮ ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰਾਂਗਾ, ਤੈਨੂੰ ਬਦਲੇ ਵਿੱਚ ਬਹੁਤ ਮਿਲੇਗਾ। ਅਬਰਾਮ ਨੇ ਉੱਤਰ ਦਿੱਤਾ, ਹੇ ਪ੍ਰਭੂ ਪਰਮੇਸ਼ਰ, ਤੂੰ ਮੈਨੂੰ ਕੀ ਦੇਵੇਂਗਾ, ਕਿਉਂਕਿ ਮੈਂ ਅਜੇ ਵੀ ਨਿਸੰਤਾਨ ਹਾਂ। ਮੇਰੇ ਘਰ ਦਾ ਵਾਰਿਸ ਤਾਂ ਦਮਿਸ਼ਕੀ ਅਲੀਆਜ਼ਰ ਹੋਵੇਗਾ, ਸੋ ਤੂੰ ਤਾਂ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ, ਇਸ ਲਈ ਮੇਰੇ ਘਰ ਜੰਮਿਆ ਮੇਰਾ ਕੋਈ ਦਾਸ ਹੀ ਮੇਰੇ ਘਰ ਵਾਰ ਦਾ ਮੇਰੇ ਪਿੱਛੋਂ ਵਾਰਿਸ ਹੋਵੇਗਾ। ਪਰ ਪ੍ਰਭੂ ਦਾ ਬੋਲ ਅਬਰਾਮ ਨੇ ਫਿਰ ਸੁਣਿਆ, ਨਹੀਂ, ਤੇਰਾ ਵਾਰਿਸ ਇਹ ਦਾਸ ਨਹੀਂ ਹੋਵੇਗਾ, ਉਹ ਤੇਰਾ ਆਪਣਾ ਪੁੱਤਰ ਤੇਰਾ ਵਾਰਿਸ ਹੋਵੇਗਾ। ਪ੍ਰਭੂ ਅਬਰਾਮ ਨੂੰ ਬਾਹਰ ਲੈ ਗਿਆ ਅਤੇ ਕਿਹਾ, ਤਾਰਿਆਂ ਦੀ ਗਿਣਤੀ ਕਰ, ਤੇਰੀ ਸੰਤਾਨ ਇਹਨਾਂ ਜਿੰਨੀ ਹੀ ਹੋਵੇਗੀ। ਅਬਰਾਮ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਇਸ ਲਈ ਪ੍ਰਭੂ ਨੇ ਵੀ ਉਸ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਤਦ ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੈਂ ਹੀ ਤੈਨੂੰ ਕਸਦੀਆਂ ਦੇ ਨਗਰ ਊਰ ਤੋਂ ਕੱਢ ਕੇ ਲਿਆਇਆ ਕਿ ਤੈਨੂੰ ਇਹ ਧਰਤੀ ਦੇਵਾਂ। ਅਬਰਾਮ ਨੇ ਪ੍ਰਭੂ ਤੋਂ ਪੁੱਛਿਆ, ਹੇ ਪ੍ਰਭੂ ਪਰਮੇਸ਼ਰ, ਮੈਂ ਕਿਸ ਤਰ੍ਹਾਂ ਜਾਣਾ ਕਿ ਇਸ ਧਰਤੀ ਦਾ ਵਾਰਿਸ ਮੈਂ ਬਣਾਂਗਾ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੇਰੇ ਲਈ ਇੱਕ ਬੈੜ, ਇੱਕ ਬੱਕਰੀ ਅਤੇ ਇੱਕ ਛਤਰਾ ਲੈ ਕੇ ਆ, ਜਿਨ੍ਹਾਂ ਦੀ ਉਮਰ 3-3 ਸਾਲ ਦੀ ਹੋਵੇ। ਇਹਨਾਂ ਦੇ ਨਾਲ ਇੱਕ ਘੁੱਗੀ ਅਤੇ ਕਬੂਤਰ ਦਾ ਬੱਚਾ ਲੈ ਕੇ ਆ। ਅਬਰਾਮ ਇਹ ਸਭ ਚੀਜ਼ਾਂ ਲੈ ਕੇ ਆਇਆ ਅਤੇ ਜਾਨਵਰ ਦੇ ਉਸਨੇ 2-2 ਟੋਟੇ ਕੀਤੇ, ਜੋ ਇੱਕ ਦੂਜੇ ਦੇ ਉੱਤੇ ਉਸਨੇ ਰੱਖ ਦਿੱਤੇ। ਪਰ ਉਸਨੇ ਪੰਛੀਆਂ ਦੇ ਟੋਟੇ ਨਾ ਕੀਤੇ। ਸ਼ਿਕਾਰੀ ਪੰਛੀ ਉਹਨਾਂ ਉੱਤੇ ਝਪਟਦੇ ਸਨ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸ ਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਈ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ। ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਪਰ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ ਅਤੇ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਵਿੱਚ ਰੱਖਿਆ ਜਾਵੇਂਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਾਂਗਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਫਿਰ ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਹੋ ਗਿਆ ਤਾਂ ਇੱਕ ਧੂਏਦਾਰ ਬਲਦਾ ਬਰਤਨ ਅਤੇ ਮਸ਼ਾਲ ਜਾਨਵਰਾਂ ਦੇ ਹੋਇਆਂ ਵਿੱਚੋਂ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨਾਲ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਇਹ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕੇਨੀਆਂ ਦੀ, ਕਨਿਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪਰਿਜੀਆਂ ਦੀ, ਰਫਾਇਮਾਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਿਰਗਾਸੀਆਂ ਦੀ ਅਤੇ ਯਬੂਸੀਆਂ ਦੀ। ਜਿਹੜੀ ਮੇਨ ਚੀਜ਼ ਆ ਉਹ ਇਹ ਆ, ਅਸੀਂ ਅੱਜ ਪੜ੍ਹਦੇ ਪਏ ਹਾਂ, ਅਸੀਂ 23ਵਾਂ ਚੈਪਟਰ ਸਕਿਪ ਕਰ ਦਿੱਤਾ, ਅਸੀਂ 24ਵੇਂ ਚੈਪਟਰ ਦੇ ਵਿੱਚ। 23ਵਾਂ ਚੈਪਟਰ ਅਸੀਂ ਜਿਸ ਵੇਲੇ ਸੋਲੋਮਨ ਦਾ ਰਾਜਾ ਬਣਨ ਦਾ ਦਿਨ ਆਉਣਾ, ਅਸੀਂ ਉਸ ਦਿਨ ਪੜਾਂਗੇ। ਸੋ ਅਸੀਂ 24ਵੇਂ ਚੈਪਟਰ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਇਜ਼ਰਾਈਲੀਆਂ ਲੋਕਾਂ ਨੇ ਇੱਕ ਵਾਰ ਫੇਰ ਪ੍ਰਭੂ ਦੇ ਦਿਲ ਨੂੰ ਦੁੱਖ ਦਿੱਤਾ ਤੇ ਪ੍ਰਭੂ ਨੇ ਦਾਊਦ ਦੇ ਕੋਲੋਂ ਗਲਤੀ ਕਰਵਾਈ। ਇਹ ਦਾਊਦ ਦੀ ਮਿਸਟੇਕ ਨਹੀਂ ਗੀ, ਇਹ ਇਜ਼ਰਾਈਲੀਆਂ ਦੀ ਮਿਸਟੇਕ। ਔਰ ਜਿਸ ਵੇਲੇ ਅਸੀਂ ਉਹ ਹਿੱਸਾ ਪੜ੍ਹਿਆ ਤੇ ਦਾਊਦ ਨੇ ਗਿਣਤੀ ਕਰਨ ਨੂੰ ਤਾਂ ਘਾਲ ਦਿੱਤਾ। ਯੋਆਬ ਚਲਾ ਗਿਆ, ਉਸਦੇ ਨਾਲ ਦੇ ਬੰਦੇ ਚਲੇ ਗਏ,
ਉਹ ਸਾਰੇ ਜਾ ਕੇ ਉੱਥੋਂ ਗਿਣਤੀ ਕਰਕੇ ਲੈ ਆਏ ਤੇ ਦਾਊਦ ਨੇ ਆਪਣੇ ਆਪ ਨੂੰ ਆਪੇ ਹੀ ਪ੍ਰਭੂ ਦੇ ਚਰਨਾਂ ਦੇ ਵਿੱਚ ਸੁੱਟ ਦਿੱਤਾ। ਪ੍ਰਭੂ ਨੇ ਉਸਨੂੰ ਕਿਹਾ ਵੀ ਨਹੀਂ, ਇਹ ਵੀ ਨਹੀਂ ਕਿਹਾ ਕਿ ਤੂੰ ਗਲਤੀ ਕੀਤੀ ਆ। ਉਸਨੇ ਕਿਹਾ ਪ੍ਰਭੂ ਇਹ ਤਾਂ ਮੈਂ ਬਹੁਤ ਮਹਾ ਮੂਰਖਤਾ ਕਰ ਦਿੱਤੀ ਹੈ। ਇਹ ਕੀ, ਇਹ ਤੂੰ ਮੇਰੇ ਨਾਲ, ਇਹ ਮੇਰੇ ਨਾਲ ਕੀ, ਇਹ ਮੈਂ ਕੀ ਕੀਤਾ ਤੇਰੇ ਨਾਲ? ਮੈਂ ਤਾਂ ਬਹੁਤ ਘਿਨਾਉਣਾ ਪਾਪ ਕਰ ਲਿਆ। ਸੋ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਡਿੱਗਿਆ। ਉਹ ਅਸੀਂ ਜ਼ਬੂਰ ਬਾਅਦ ਚ ਪੜ੍ਹਦੇ ਹਾਂ। ਲੇਕਿਨ ਗਿਣਤੀ ਕਰਨੀ, ਇਜ਼ਰਾਈਲੀਆਂ ਦੀ ਗਿਣਤੀ ਕਰਨ ਦੇ ਵਿੱਚ ਕੀ ਨੁਕਸਾਨ? ਆਈ ਮੀਨ ਜਿਸ ਵੇਲੇ ਸਾਡੀ ਗਿਣਤੀ ਕੀਤੀ ਜਾਂਦੀ ਆ, ਜਿਸ ਵੇਲੇ ਹੁਣ ਕੈਨੇਡਾ ਦੀ ਜਨਸੰਖਿਆ ਜਿਸ ਲਈ ਗਿਣੀ ਜਾਂਦੀ ਆ, ਤੇ ਫਿਰ ਉਹਦੇ ਹਿਸਾਬ ਦੇ ਨਾਲ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਦੇਖਦੀ ਕਿ BC ਦੇ ਵਿੱਚ ਇੰਨੇ ਲੋਕ ਆ, ਇੱਧਰ ਅਲਬਰਟਾ ਦੇ ਵਿੱਚ ਇੰਨੇ ਲੋਕ ਆ, ਇੱਧਰ ਇੰਨੇ ਲੋਕ ਆ। ਅਸੀਂ ਆਪਣੀ ਸਾਨੂੰ ਇਨਫਰਾਸਟ੍ਰਕਚਰ ਕਿੱਥੇ ਬਣਾਉਣਾ ਪੈਣਾ, ਸਾਨੂੰ ਰੋਡਾਂ ਕਿੱਥੇ ਬਣਾਉਣੀਆਂ ਪੈਣੀਆਂ, ਸਾਨੂੰ ਬ੍ਰਿਜਸ ਕਿੱਥੇ ਬਣਾਉਣੇ ਪੈਣੇ ਆ, ਸਾਨੂੰ ਕਿੰਨੀ ਇਲੈਕਟ੍ਰਿਸਿਟੀ ਦੀ ਲੋੜ ਆ, ਸਾਨੂੰ ਉਹ ਹਿਸਾਬ ਦੇ ਨਾਲ ਕਰਦੇ। ਸੋ ਉਹ ਸਾਰਾ ਕੁਝ ਉਹਨਾਂ ਨੇ ਉਹ ਸਾਰਾ ਫਿਰ ਉਹ ਸੈਟਅਪ ਕਰਦੇ ਆ ਕਿ ਆਉਣ ਵਾਲੇ 10 ਸਾਲਾਂ 'ਚ ਸਾਨੂੰ ਕੀ ਕਰਨਾ ਪੈਣਾ। ਜਨਸੰਖਿਆ ਕਰਨ ਦਾ ਬੇਸਿਕਲੀ ਇਹ ਮਕਸਦ ਹੁੰਦਾ। ਠੀਕ ਹੈ, ਇਹ ਜਿਹੜਾ ਸਾਰਾ ਕੁਝ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੈ। ਜਿਹੜੇ ਪ੍ਰਭੂ ਦੇ ਲੋਕ ਆ ਉਹਨਾਂ ਦੇ ਲਈ ਸਾਰਾ ਕੁਝ ਪ੍ਰਭੂ ਕਰਦਾ ਹੈ। ਸਭ ਤੋਂ ਪਹਿਲਾਂ ਔਰ ਦੂਸਰੀ, ਜਿਸ ਲਈ ਅਬਰਾਹਮ ਦੇ ਕੋਲ ਪ੍ਰਭੂ ਆਇਆ ਸੀ ਤੇ ਉਸਨੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਮੈਂ ਤੈਨੂੰ ਬਹੁਤ ਕੁਛ ਦਊਂਗਾ। ਕਹਿੰਦਾ ਕੀ ਦੇਂਗਾ ਤੂੰ ਮੈਨੂੰ? ਕੀ ਕਰਨਾ ਮੈਂ ਇਹਨਾਂ ਚੀਜ਼ਾਂ ਦਾ? ਕੀ ਕਰਾਂ ਇਹਨਾਂ ਬੱਕਰੀਆਂ ਦਾ? ਕੀ ਕਰਾਂ ਇਹਨਾਂ ਭੇਡਾਂ ਦਾ? ਕੀ ਕਰਾਂ ਮੈਂ ਇਹਨਾਂ ਊਂਠਾਂ ਦਾ? ਕੀ ਕਰਾਂ ਜਿਹੜਾ ਤੰਬੂ 'ਚ ਸੋਨਾ ਪਿਆ, ਚਾਂਦੀ ਪਈ ਆ, ਪੈਸਾ ਪਿਆ, ਕੀ ਕਰੂੰਗਾ ਮੈਂ ਇਹਦਾ? ਕਿਹਨੂੰ ਦਊਂਗਾ? ਇਹ ਤਾਂ ਸਾਰਾ ਕੁਛ ਮੇਰੇ ਨੌਕਰ ਦਾ ਹੋਣਾ। ਸੋ ਜਨਸੰਖਿਆ ਕਿੰਨੀ ਹੈ ਇਸ ਵੇਲੇ? 0। ਤਾਂ ਫਿਰ ਪ੍ਰਭੂ ਨੇ ਕਿਹਾ ਬਾਹਰ ਜਾ, ਅਸਮਾਨ ਵੱਲ ਤੱਕ ਤਾਰੇ ਤੇ। ਬਾਏ ਦ ਵੇ, ਇਹ ਜਿਹੜੇ ਤਾਰੇ ਅਸੀਂ ਦੇਖਦੇ ਹਨ ਇਹ ਸਾਡੇ ਸੂਰਜ ਵਰਗੇ ਸੂਰਜ ਆ, ਜਿਨ੍ਹਾਂ ਦੇ ਆਲੇ ਦੁਆਲੇ ਧਰਤੀਆਂ ਘੁੰਮਦੀਆਂ। ਇਹ ਸੂਰਜ ਆ ਸਾਰੇ। ਪ੍ਰਭੂ ਨੇ ਇੰਨੇ ਸੂਰਜ ਬਣਾਏ ਆ ਤੇ ਅਸੀਂ ਉਹਨਾਂ ਸੂਰਜਾਂ ਦੀ ਵੀ ਗਿਣਤੀ ਨਹੀਂ ਕਰ ਸਕਦੇ। ਧਰਤੀਆਂ ਦੀ ਗਿਣਤੀ ਕੀ ਕਰਨੀ? ਅਸੀਂ ਕੀ ਕਰਨੀ? ਗਿਣਤੀ ਕਰ ਸਕਦਾ? ਸਵਾਲ ਸੀ ਨਹੀਂ। ਮੈਂ ਤੈਨੂੰ ਇੰਨੀ ਸੰਤਾਨ ਹੋਏਗੀ। ਫਿਰ ਪ੍ਰਭੂ ਨੇ ਸਾਰਾ ਇਤਿਹਾਸ ਉਹਨੂੰ ਦੇ ਦਿੱਤਾ। ਸਾਰਾ ਇਤਿਹਾਸ ਜੋ ਹੋਣਾ ਸੀ ਉਹ ਪ੍ਰਭੂ ਨੇ ਉਸਨੂੰ ਦੱਸ ਦਿੱਤਾ। ਯਾਨੀ ਕਿ ਅਬਰਾਮ ਦੇ ਲਈ ਇਹ ਪ੍ਰਕਾਸ਼ ਦੀ ਪੋਥੀ ਆ। ਅਗਰ ਤੁਹਾਨੂੰ ਲਿਖਣ ਦੀ ਆਦਤ ਆ, ਇਹ ਅਬਰਾਮ ਦੇ ਲਈ ਪ੍ਰਕਾਸ਼ ਦੀ ਪੋਥੀ ਆ ਤੇ ਕੀ ਹੋਏਗਾ। ਮੈਂ ਤੇਰੀ ਸੰਤਾਨ ਤਾਰਿਆਂ ਵਾਂਗ ਹੋਏਗੀ। ਮੈਂ ਉਹਨਾਂ ਨੂੰ ਉਹ ਪਰਾਏ ਦੇਸ਼ ਵਿੱਚ ਜਾਣਗੇ। ਉੱਥੇ ਦੇ ਲੋਕ ਜੋ ਅਸੀਂ ਸਾਰਾ ਕੂਚ ਦੀ ਪੁਸਤਕ ਪੜ੍ਹਦੇ ਹਾਂ, ਉਹਨਾਂ ਨੂੰ ਮਾਰਨਗੇ, ਉਹਨਾਂ ਨੂੰ ਕੁੱਟਣਗੇ, ਉਹ ਉਹਨਾਂ ਕੋਲੋਂ ਇੱਟਾਂ ਪਥਾਣਗੇ, ਉਹ ਉਹਨਾਂ ਦਾ ਬੁਰਾ ਹਾਲ ਕਰਨਗੇ। ਪਰ ਅੰਤ ਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਸਾਰਾ ਧਨ ਮਾਲ ਲੈ ਕੇ ਉਹ ਉੱਥੋਂ ਨਿਕਲ ਕੇ ਤਾਂ ਬਾਹਰ ਆਉਣਗੇ। ਸੋ ਅਸੀਂ ਕੂਚ ਦੀ ਪੁਸਤਕ ਤੋਂ ਬਾਅਦ ਲੇਵੀਆਂ ਦੀ ਪੋਥੀ ਦੇ ਵਿੱਚ ਆ ਗਏ। ਉਸ ਤੋਂ ਬਾਅਦ ਅਸੀਂ ਨੰਬਰਸ ਦੇ ਵਿੱਚ ਆ ਗਏ ਔਰ ਫਿਰ ਉਸ ਤੋਂ ਬਾਅਦ ਅਸੀਂ ਵਿਵਸਥਾ ਸਾਰ ਵਗੈਰਾ ਉਸ ਦੇ ਵਿੱਚ ਹੁਣ ਅਸੀਂ ਪਹੁੰਚ ਗਏ। ਵਿਵਸਥਾ ਸਾਰ ਸਾਰਾ ਪ੍ਰਭੂ ਨੇ ਇਸ ਚੀਜ਼ ਤੱਕ ਕਰ ਦਿੱਤਾ। ਮੈਂ ਉਹਨਾਂ ਨੂੰ ਬਹੁਤ ਸਾਰੀ ਧਰਤੀ ਦਊਂਗਾ। ਹੁਣ ਅਸੀਂ ਜਾਸ਼ੂਆ 'ਚ ਪਹੁੰਚ ਗਏ। ਬਹੁਤ ਸਾਰੀ ਧਰਤੀ ਦਊਂਗਾ।
ਮੈਂ ਉਹਨਾਂ ਨੂੰ ਜਿਹੜੀ ਅਖੀਰਲੀ ਜਿਹੜੀ ਚੀਜ਼ ਪ੍ਰਭੂ ਕਹਿ ਰਿਹਾ, ਇਹ ਪ੍ਰਭੂ ਨੇ, ਤੁਸੀਂ ਬੇਸਿਕਲੀ ਕਹਿ ਸਕਦੇ ਆ ਕਿ ਦਾਊਦ ਦੇ ਸਮੇਂ ਤੱਕ ਦਾ ਇਤਿਹਾਸ ਦੱਸ ਦਿੱਤਾ। ਮੈਂ ਕੀ ਕਰੂੰਗਾ, ਮੈਂ ਤੇਰੇ ਵੰਸ਼ ਨੂੰ ਇਹ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਫਰਾਤ ਤੱਕ, ਕੇਨੀਆਂ ਤੋਂ ਕਨੇਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪ੍ਰਿਜੀਆਂ ਦੀ, ਰਫੀਮੀਆਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਿਰਗਸੀਆਂ ਔਰ ਯਬੂਸੀਆਂ ਦੀ ਧਰਤੀ ਦੇ ਉੱਤੇ ਦਾਊਦ ਨੇ ਕਬਜ਼ਾ ਕੀਤਾ ਸੀ। ਇਹ ਉਹਦੀ ਪ੍ਰਕਾਸ਼ ਦੀ ਪੋਥੀ ਹੈ। ਜਿਹੜੀ ਚੀਜ਼ ਦੀ ਜ਼ਰੂਰਤ ਹੋਊਗੀ, ਜਿੰਨੀ ਹੋਊਗੀ, ਮੈਂ ਦਊਂਗਾ। ਸੋ ਇਹ ਪ੍ਰਭੂ ਦੀ ਸੰਤਾਨ ਆ, ਇਹ ਪ੍ਰਭੂ ਦੀ ਸੰਤਾਨ ਆ। ਇਹਨਾਂ ਤੇ ਜਿਹੜਾ ਹੱਕ ਆ, ਸਾਡੇ ਤੇ ਸਿਰਫ ਤੇ ਸਿਰਫ ਜਿਹੜਾ ਹੱਕ ਆ ਉਹ ਪ੍ਰਭੂ ਦਾ ਹੈ। ਅਸੀਂ ਪ੍ਰਭੂ ਦੀ ਸੰਤਾਨ, ਅਸੀਂ ਉਸ ਦੀ ਇੱਛਾ ਦੇ ਨਾਲ ਪੈਦਾ ਹੋਏ ਹਾਂ। ਸਾਡਾ ਜਨਮ ਪਵਿੱਤਰ ਆਤਮਾ ਤੇ ਪਾਣੀ ਤੋਂ ਹੋਇਆ। ਸੋ ਅਸੀਂ ਉਸ ਦੀ ਸੰਤਾਨ। ਮਾਂ ਬਹੁਤ ਦੁੱਖ ਦੇ ਵਿੱਚ ਦੀ ਲੰਘਦੀ ਜਦ ਜਨਮ ਦਿੰਦੀ ਹੈ। ਸਾਡੇ ਪ੍ਰਭੂ ਨੇ ਜਦੋਂ ਸਾਨੂੰ ਜਨਮ ਦਿੱਤਾ ਤਾਂ ਬਹੁਤ ਦੁੱਖ ਦੇ ਵਿੱਚ ਲੰਘਿਆ। ਜਿਸ ਤਰ੍ਹਾਂ ਆਦਮ ਦੀ ਬੱਖੀ ਪਾੜ ਕੇ ਤੇ ਉਸ ਦੇ ਵਿੱਚੋਂ ਹਵਾ ਨੂੰ ਜਨਮ ਦਿੱਤਾ ਸੀ, ਉਸ ਦੀ ਪਤਨੀ ਨੂੰ, ਇਸੇ ਤਰ੍ਹਾਂ ਸਾਡੇ ਪ੍ਰਭੂ ਦੀ ਬੱਖੀ ਪਾੜ ਕੇ ਤਾਂ ਸਾਨੂੰ ਜਨਮ ਦਿੱਤਾ ਗਿਆ। ਔਰ ਉਸ ਤੋਂ ਪਹਿਲਾਂ ਉਸਨੇ ਸਾਡੇ ਲਈ ਪ੍ਰਸੂਤਕ ਦੀਆਂ ਪੀੜਾਂ ਸਹੀਆਂ। ਉਸਦੀ ਬੋਟੀ ਨੋਚ ਦਿੱਤੀ ਗਈ, ਉਹਦੇ ਸਿਰ ਤੇ ਕੰਡਿਆਂ ਦਾ ਤਾਜ ਰੱਖ ਦਿੱਤਾ ਗਿਆ। ਕੋਈ ਅੰਗ ਨਹੀਂ ਸੀ ਉਸਦੇ ਸਰੀਰ ਦਾ ਜਿਸ ਦੇ ਵਿੱਚੋਂ ਦੀ ਲਹੂ ਨਹੀਂ ਵਗਦਾ ਪਿਆ ਸੀ। ਸੋ ਅਸੀਂ ਉਸ ਲਹੂ ਤੇ ਜਿਸ ਲਈ ਉਸਦੀ ਬੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਤੇ ਉਸ ਦੇ ਵਿੱਚੋਂ ਪਾਣੀ ਨਿਕਲਿਆ, ਅਸੀਂ ਉਸ ਲਹੂ ਤੇ ਉਸ ਲਹੂ ਤੋਂ ਪੈਦਾ ਹੋਏ। ਜਿਸ ਤਰ੍ਹਾਂ ਜਿਸ ਲਈ ਬੱਚਾ ਪੈਦਾ ਹੁੰਦਾ ਤੇ ਪਹਿਲਾਂ ਮਾਂ ਦਾ ਪਾਣੀ ਬਰੀਕ ਹੁੰਦਾ, ਫਿਰ ਬੱਚਾ ਜਿਸ ਲਈ ਪੈਦਾ ਹੁੰਦਾ ਉਹ ਲਹੂ ਦੇ ਨਾਲ ਲੱਥ-ਪੱਥ ਹੁੰਦਾ, ਉਸਨੂੰ ਸਾਫ਼ ਕੀਤਾ ਜਾਂਦਾ। ਇਸੇ ਤਰ੍ਹਾਂ ਸਾਡਾ ਜਨਮ ਹੋਇਆ। ਸਾਡੀ ਗਿਣਤੀ ਕਰਨਾ ਕਿਸੇ ਵੀ ਮਾਨਵ ਦਾ ਕੰਮ ਨਹੀਂ। ਸਾਡੀਆਂ ਜ਼ਰੂਰਤਾਂ ਸਾਡਾ ਪ੍ਰਭੂ ਪੈਦਾ ਕਰਦਾ। ਸਾਡੀਆਂ ਸਭ ਜ਼ਰੂਰਤਾਂ ਸਾਡਾ ਪ੍ਰਭੂ ਸਾਨੂੰ ਦਿੰਦਾ। ਸੋ ਦੈਟ ਇਜ਼ ਨੰਬਰ 1। ਮੇਰੇ ਨਾਲ ਆ ਜਾਓ ਤੁਸੀਂ ਹੁਣ ਕੂਚ ਦੇ ਵਿੱਚ। ਪੰਨਾ ਹੈਗਾ 123, ਉਹਦੀ ਅਸੀਂ 11 ਤੋਂ 16 ਆਇਤ ਪੜਾਂਗੇ। ਜਿਸ ਨੂੰ ਪਵਿੱਤਰ ਤੰਬੂ ਦਾ ਟੈਕਸ। ਪ੍ਰਭੂ ਨੇ ਮੂਸਾ ਨੂੰ ਕਿਹਾ, ਜਦੋਂ ਇਸਰਾਇਲ ਦੀ ਜਨਸੰਖਿਆ ਲਈ ਜਾਵੇ ਤਾਂ ਹਰ ਮਨੁੱਖ ਆਪਣੇ ਪ੍ਰਾਣ ਦਾ ਮੁੱਲ ਮੈਨੂੰ ਭਰੇ। ਇਹ ਕਰਨ ਤੇ ਜਨਸੰਖਿਆ ਸਮੇਂ ਉਹ ਸਭ ਹਰ ਤਰ੍ਹਾਂ ਦੀ ਮਰੀ ਤੋਂ ਬਚੇ ਰਹਿਣਗੇ। ਸੋ ਹਰ ਮਨੁੱਖ ਜਿਸ ਦੀ ਗਿਣਤੀ ਕੀਤੀ ਜਾਵੇ ਪਵਿੱਤਰ ਮੰਦਰ ਦੇ ਠਹਿਰਾਏ ਹੋਏ ਮਾਪ ਅਨੁਸਾਰ ਇਹ ਮੁੱਲ ਮੈਨੂੰ ਦੇਵੇ। ਇਹ ਮੇਰੇ ਸਾਹਮਣੇ ਉਸ ਵੱਲੋਂ ਭੇਂਟ ਹੋਵੇਗੀ। 20 ਸਾਲਾਂ ਦੇ ਹਰ ਮਨੁੱਖ ਨੂੰ ਇਹ ਭੇਂਟ ਪ੍ਰਭੂ ਸਾਹਮਣੇ ਚੜਾਉਣੀ ਪਵੇਗੀ। ਇਹ ਭੇਟ ਸਭ ਅਮੀਰਾਂ ਜਾਂ ਗਰੀਬਾਂ ਤੋਂ ਇੱਕੋ ਜਿਹੀ ਲਈ ਜਾਵੇਗੀ, ਕਿਉਂਕਿ ਇਹ ਉਹਨਾਂ ਦੇ ਪ੍ਰਾਣਾਂ ਦਾ ਮੁੱਲ ਠਹਿਰੇਗੀ। ਤੂੰ ਇਹਨਾਂ ਭੇਟਾਂ ਦਾ ਪੈਸਾ ਇਸਰਾਇਲੀ ਲੋਕਾਂ ਤੋਂ ਲੈ ਕੇ ਤੰਬੂ ਦੀ ਦੇਖਭਾਲ ਲਈ ਖਰਚ ਕਰੀ। ਪਰ ਇਹ ਇਸ ਦੁਆਰਾ ਇਹ ਲੋਕ ਯਾਦ ਵੀ ਕਰਨਗੇ ਕਿ ਉਹਨਾਂ ਆਪਣੇ ਪ੍ਰਾਣਾਂ ਦੇ ਲਈ ਪ੍ਰਭੂ ਸਾਹਮਣੇ ਮੁੱਲ ਵੀ ਭਰਨਾ ਹੈ। ਹਾਂਜੀ, ਹੁਣ ਇੱਥੇ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਉਹ ਕਹਿੰਦਾ, ਪ੍ਰਭੂ ਕਹਿੰਦਾ ਜਨਸੰਖਿਆ, ਤਾਂ ਇਹ ਜਨਸੰਖਿਆ ਜਦੋਂ ਵੀ ਕੀਤੀ ਜਾਏ ਉਹਦਾ ਇੱਕ ਪਰਪਸ, ਉਸ ਜਨਸੰਖਿਆ ਦਾ ਕਰਨਾ ਇੱਕ ਪਰਪਸ। ਉਹ ਪਰਪਸ ਇਹ ਆ ਕਿ ਉਹਨਾਂ ਨੇ ਆਪਣੇ ਪ੍ਰਾਣ ਦਾ ਜਿਹੜਾ ਮੁੱਲ ਆ ਉਹ ਪ੍ਰਭੂ ਨੂੰ ਭਰਨਾ ਹੈ, ਕਿਉਂਕਿ ਯਿਸੂ ਮਸੀਹ ਹਾਲੇ ਆਏ ਨਹੀਂ। ਸੋ ਉਹ ਮੰਦਿਰ, ਉਹ ਜਗ੍ਹਾ ਜਿੱਥੇ ਪ੍ਰਭੂ ਦੀ ਹਜ਼ੂਰੀ ਆਉਂਦੀ ਹੈ, ਉਸ ਦੀਆਂ ਜ਼ਰੂਰਤਾਂ, ਉਸ ਦੀਆਂ ਸਾਰੀਆਂ ਚੀਜ਼ਾਂ, ਕਿਉਂਕਿ ਪ੍ਰਭੂ ਨੇ ਉਹ ਜਿਹੜੀ ਮੰਦਿਰ ਜਿਹੜਾ ਜੋ ਵੀ ਹੈਗਾ ਉਹ ਆਪਣੇ ਬੇਟੇ ਦੇ ਆਉਣ ਤੋਂ ਬਾਅਦ ਉਸਨੇ ਉਹ ਮੰਦਿਰ ਸਾਨੂੰ ਬਣਾਉਣਾ।
ਸੋ ਉਹਦਾ ਇੱਕ ਪਰਪਸ ਆ। ਲੇਕਿਨ ਜਿਸਲੇ ਦਾਊਦ ਗਿਣਤੀ ਕਰਦਾ ਪਿਆ ਤਾਂ ਯੋਧਿਆਂ ਦੀ ਗਿਣਤੀ ਕਰਦਾ ਪਿਆ, ਲੜਾਕਿਆਂ ਦੀ ਗਿਣਤੀ ਕਰਦਾ ਪਿਆ, ਔਰ ਲੜਾਈਆਂ ਦੇ ਵਿੱਚ ਜਿੱਤ ਉਹਨੂੰ ਕੌਣ ਦਿੰਦਾ ਪਿਆ? ਪ੍ਰਭੂ। ਇਹ ਯਬੂਸੀਆਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ ਜਿਸਲੇ ਉਹਨਾਂ ਨੇ ਧਰਤੀ, ਜਿਸਲੇ ਉਹ ਧਰਤੀ ਤੇ ਉਹਨਾਂ ਨੇ ਕਬਜ਼ਾ ਕੀਤਾ ਤੇ ਜੰਗ ਕਿਹਨੇ ਕੀਤੀ? ਪ੍ਰਭੂ ਨੇ। ਧਿਆਨ ਦੇ ਨਾਲ ਜਿਸ ਅਸੀਂ ਪੜ੍ਹਦੇ ਹਾਂ, ਜਿਸ ਲਈ ਯਰੀਹੋ ਤੇ ਉਹਨਾਂ ਨੇ ਕਬਜ਼ਾ ਕੀਤਾ ਤੇ ਪ੍ਰਭੂ ਨੇ ਕੀ ਕਿਹਾ? ਪ੍ਰਭੂ ਨੇ ਕੀ ਕਿਹਾ? ਉਹਨਾਂ ਦੀਆਂ ਕੰਧਾਂ ਮਜ਼ਬੂਤ, ਉਹਨਾਂ ਦੀਆਂ ਕੰਧਾਂ ਜਿੱਥੇ 2 ਘੋੜੇ 2 ਰੱਥ ਬਰਾਬਰ ਏਦਾਂ ਦੌੜ ਸਕਦੇ, ਜਾਂ ਇੱਕ ਰੱਥ ਆ ਰਿਹਾ ਦੂਜਾ ਜਾ ਰਿਹਾ, ਐਨ ਕ੍ਰਾਸ ਕਰ ਸਕਦੇ ਸਾਡੀਆਂ ਸੜਕਾਂ ਨੂੰ। ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਤੀਰ ਅੰਦਾਜ਼ ਆ, ਉਹ ਚੱਲਦਿਆਂ ਰੱਥਾਂ ਤੋਂ ਤੀਰ ਚਲਾ ਸਕਦੇ ਔਰ ਬਿਨ ਸਕਦੇ ਆ। ਉਹਨਾਂ ਨੂੰ ਜਿੱਤਣਾ ਹੈ। ਹੁਣ ਕੋਈ ਜੇ ਸਮਝਦਾਰ ਰਾਜਾ ਹੋਵੇ ਤਾਂ ਉਹ ਕੀ ਕਰੇ? ਜੇ ਉਸਨੇ ਉੱਥੇ ਜੰਗ ਕਰਨੀ ਪਏ, ਜਾਂ ਤਾਂ ਉਹ ਦੂਰੋਂ ਹੀ ਇੱਕ ਸੁਰੰਗ ਕੱਢਣੀ ਸ਼ੁਰੂ ਕਰੇ ਤੇ ਉਹਦੇ ਰਾਹੀਂ ਆਪਣਾ ਫੌਜੀ ਅੰਦਰ ਵੜੇ, ਜਾਂ ਉਹਦੇ ਕੋਲ ਐਸੀਆਂ ਉਸ ਸਮੇਂ ਦੇ ਵਿੱਚ ਜਿੱਦਾਂ ਮਸ਼ੀਨ ਜੀ ਬਣਾ ਲੈਂਦੇ ਸੀਗੇ ਉਹ। ਸੋ ਉਹ ਇੱਕ ਡੰਡਾ, ਬਹੁਤ ਭਾਰਾ ਦਾ ਡੰਡਾ ਜਿਹਾ ਹੁੰਦਾ ਸੀਗਾ, ਬਹੁਤ ਵੱਡੇ ਸਪਰਿੰਗ ਦੇ ਵਾਂਗੂ ਰੱਸਾ ਹੁੰਦਾ ਸੀ, ਜਿਹੜਾ ਰੱਸੇ ਦਾ ਸਪਰਿੰਗ ਬਣਾਇਆ ਤੇ ਪਿੱਛੇ ਨੂੰ ਖਿੱਚ ਕੇ ਉੱਤੇ ਪੱਥਰ ਰੱਖ ਕੇ ਤੋਂ ਮਾਰਦੇ ਸੀ। ਜਾਂ ਉਹ ਹੋਣ। ਤੇ ਪ੍ਰਭੂ ਨੇ ਕੀ ਕਿਹਾ? ਸਵੇਰੇ ਉੱਠ ਕੇ ਗੇੜਾ ਲਾਓ ਇਹਦੀਆਂ ਕੰਧਾਂ ਦੇ ਆਲੇ ਦੁਆਲੇ, ਔਰ ਤੁਸੀਂ ਕੁਛ ਨਹੀਂ ਕਹਿਣਾ, ਇੱਕ ਗੇੜਾ ਲੈ ਕੇ ਘਰ ਨੂੰ ਆ ਜਾਣਾ। ਪਹਿਲੇ ਦਿਨ ਜਿਸ ਲਈ ਉਹਨਾਂ ਨੇ ਕੀਤਾ ਤੇ ਲੋਕ ਡਰ ਗਏ ਵੀ ਇਹ ਤਾਂ ਬਈ ਕੁਛ, ਇਹ ਤਾਂ ਫੌਜ ਫਿਰਨ ਲੱਗ ਪਈ ਇਹਨਾਂ ਕੋ ਪਲਾਨ ਆ। ਦੂਜੇ ਦਿਨ ਉਹਨਾਂ ਨੇ ਫੇਰ ਗੇੜਾ ਲਾਇਆ, ਘਰ ਨੂੰ ਚਲੇ ਗਏ। ਤੀਜੇ ਦਿਨ ਪ੍ਰਭੂ, ਤੀਜੇ ਦਿਨ ਫੇਰ ਗੇੜਾ ਲਾਓ ਜੀ, ਹੁਣ ਤੋਂ ਇੱਕ ਗੇੜਾ ਹੋਰ ਲਾਇਆ, ਉਹ ਫੇਰ ਘਰਾਂ ਨੂੰ ਚਲੇ ਗਏ। 5ਵੇਂ ਦਿਨ ਲੋਕਾਂ ਦੇ ਲਈ ਉਹ ਫਨ ਹੋ ਗਿਆ ਕਿ ਹੁਣ ਜੀ ਇਜ਼ਰਾਈਲੀਆਂ ਨੇ ਗੇੜਾ ਲਾਉਣ ਆਉਣਾ, ਆਓ ਕੰਧਾਂ ਤੇ ਚੜ੍ਹ ਕੇ ਦੇਖੀਏ। ਸੋ ਜਿਹੜੇ ਉੱਤੇ ਰਾਖੇ ਸੀਗੇ, ਤੀਰ ਅੰਦਾਜ਼ ਸੀਗੇ, ਸਾਰਾ ਕੁਛ ਉਹ ਸਾਰੇ ਉਤਰ ਗਏ ਤੇ ਹੁਣ ਆਮ ਲੋਕ ਕੰਧਾਂ ਦੇ ਉੱਤੇ ਚੜੇ ਹੋ ਉੱਥੇ ਤੇ ਉਹ ਫਨ ਦੇਖਦੇ ਪਏ। ਉਹਨਾਂ ਦੇ ਲਈ ਇਹ ਫਨ ਆ, ਮਜ਼ਾਕ। 6ਵੇਂ ਦਿਨ ਉਹਨਾਂ ਨੇ ਫੇਰ ਏਦਾਂ ਕੀਤਾ, ਹੋਰ ਲੋਕ ਕੰਧਾਂ ਤੇ ਚੜੇ ਹੋ। 7ਵੇਂ ਦਿਨ ਪ੍ਰਭੂ ਜੀ, 7ਵੇਂ ਦਿਨ ਅੱਜ ਤੁਸੀਂ 7 ਗੇੜੇ ਲਾਏ, ਯਾਨੀ ਕਿ ਫੌਜ ਥਕਾਤੀ ਪੂਰੀ ਤਰ੍ਹਾਂ, ਕਿਤੇ ਉਹ ਇਹ ਨਾ ਕਹਿਣ ਕਿ ਕਬਜ਼ਾ ਅਸੀਂ ਕੀਤਾ। ਜਿਸ ਲਈ ਤੁਸੀਂ 7ਵੇਂ ਗੇੜੇ ਲਾਓ ਤੇ ਫਿਰ ਤੁਸੀਂ ਜ਼ੋਰ ਦੀ ਨਗਾੜੇ ਫੂਕਿਓ ਔਰ ਪ੍ਰਭੂ ਦੇ ਨਾਂ ਦੀ ਜੈ ਬੋਲਿਓ। ਅੱਛਾ ਜੀ, ਹੁਣ ਅੱਜ ਤਾਂ ਬਹੁਤ ਜ਼ਿਆਦਾ ਫਨ, ਅੱਜ ਤਾਂ 7 ਗੇੜੇ ਲਾਉਂਦੇ ਪਏ। ਸੋ ਕੰਧਾਂ ਹੋਰ ਭਰੀਆਂ ਲੋਕਾਂ ਦੇ ਨਾਲ ਉੱਤੇ। ਹੁਣ ਫੌਜੀ ਵਿਚਾਰੇ ਜਾ ਨਹੀਂ ਸਕਦੇ ਕਿਉਂਕਿ ਕੰਧਾਂ ਭਰੀਆਂ ਪਈਆਂ ਲੋਕਾਂ ਦੇ ਨਾਲ। ਔਰ ਜਿਸ ਵੇਲੇ ਉਹ 7ਵਾਂ ਗੇੜਾ ਲਾ ਕੇ ਉਹਨਾਂ ਨੇ ਨਗਾਰੇ ਫੂਕੇ, ਕੰਧਾਂ ਡਿੱਗ ਪਈਆਂ, ਨਾਲ ਹੀ ਲੋਕ ਡਿੱਗ ਪਏ, ਉਹਨਾਂ ਦੀ ਮੌਤ। ਅੱਧੇ ਲੋਕ ਮਰ ਗਏ, ਅੱਧੇ ਡਰ ਗਏ, ਉੱਥੇ ਭਾਜੜਾਂ ਪਈਆਂ, ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਜਿੱਤਾਂ ਕਿਹਨੇ ਦਿੱਤੀਆਂ ਸੀ? ਪ੍ਰਭੂ ਨੇ। ਫੌਜ ਦੀ ਗਿਣਤੀ ਨੇ ਜਿੱਤ ਪ੍ਰਾਪਤ ਕੀਤੀ ਹੈ? ਐਬਸੋਲੂਟਲੀ ਨਾਟ। ਉਹਨਾਂ ਦੀਆਂ ਜ਼ਰੂਰਤਾਂ ਕੌਣ ਪੂਰੀਆਂ ਕਰਦਾ? ਪ੍ਰਭੂ ਆਪ। ਸੋ ਇਸ ਕਰਕੇ ਇਜ਼ਰਾਈਲ ਕੌਮ ਦੇ ਲਈ ਅੱਜ ਵੀ ਗਿਣਤੀ ਕਰਨਾ ਮਹਾਪਾਪ। ਨੰਬਰ 2 ਤੇ ਪ੍ਰਭੂ ਦੇ ਵਿੱਚ ਕਦੀ ਕੋਈ ਮਨੁੱਖ ਮਰਦਾ ਨਹੀਂ। ਸਾਡੇ ਕੋਲ ਸੁਦੀਪਕ ਜੀਵਨ, ਸਦਾ ਦੀ ਜ਼ਿੰਦਗੀ ਸਾਡੀ, ਸੋ ਅਸੀਂ ਸਦਾ ਜਿਉਂਦੇ ਹਾਂ। ਸੋ ਜੇ ਜਨਸੰਖਿਆ ਦੀ ਗਿਣਤੀ ਕਰਨੀ ਹੈ ਤਾਂ ਫਿਰ ਉਹਨਾਂ ਦੀ ਵੀ ਕਰਾਂਗੇ ਆਪਾਂ। ਪ੍ਰਭੂ ਦੇ ਲਈ ਤਾਂ ਸਾਰੇ ਹੀ ਜਿਉਂਦੇ ਆ, ਜਿੱਦਾਂ ਸਾਡਾ ਪ੍ਰਭੂ ਜਿਉਂਦਾ ਉਦਾਂ ਹੀ ਅਸੀਂ ਜਿਉਂਦੇ। ਜਨਸੰਖਿਆ ਕਰਨ ਦਾ ਜਿਹੜਾ ਪਰਪਸ ਆ
ਗਵਰਨਮੈਂਟ ਜਨਸੰਖਿਆ ਇਸ ਕਰਕੇ ਕਰਦੀ ਆ ਕਿਉਂਕਿ ਗਵਰਨਮੈਂਟ ਨੇ ਉਹ ਚੀਜ਼ਾਂ ਪ੍ਰੋਵਾਈਡ ਕਰਨੀਆਂ ਹੁੰਦੀਆਂ। ਉਹਨਾਂ ਨੇ ਅਗਲੇ 10 ਸਾਲ ਦਾ ਹਿਸਾਬ ਲਾਉਣਾ ਹੁੰਦਾ ਕਿ ਭਾਈ ਕਿੱਥੇ ਸੜਕ ਬਣਾਉਣੀ ਹੈ, ਕਿੱਥੇ ਸਾਨੂੰ ਡੈਮ ਬਣਾਉਣਾ ਪੈਣਾ ਬਿਜਲੀ ਦੇ ਲਈ, ਇਹਨਾਂ ਲੋਕਾਂ ਨੇ ਪਾਣੀ ਦਾ ਕਰਨਾ ਪੈਣਾ, ਸਾਨੂੰ ਨਵੇਂ ਸ਼ਹਿਰ ਵਸਾਉਣੇ ਪੈਣੇ ਆ। ਗਵਰਨਮੈਂਟ ਨੂੰ ਉਹ ਸਾਰੇ ਹਿਸਾਬ ਲਾਉਣੇ ਪੈਂਦੇ ਆ। ਔਰ ਇਸ ਕਰਕੇ ਕਿਉਂਕਿ ਸਾਡਾ ਰਾਖਾ, ਸਾਡਾ ਬਚਾਅ ਕਰਨ ਵਾਲਾ, ਸਾਨੂੰ ਇਸ ਜ਼ਿੰਦਗੀ ਦੇ ਵਿੱਚ ਮੁਕਤੀ ਦੇਣ ਵਾਲਾ ਔਰ ਉਸ ਮੁਕਤੀ ਦੇ ਵਿੱਚ ਮੁਕਤੀ ਦਾ ਆਨੰਦ ਦੇਣ ਵਾਲਾ ਔਰ ਇੱਥੋਂ ਘਰ ਲੈ ਕੇ ਜਾਣ ਵਾਲਾ ਜਿਹੜਾ ਸਾਡਾ ਜਿਉਂਦਾ ਪਰਮੇਸ਼ਵਰ, ਉਹਦੇ ਲਈ ਅਸੀਂ ਸਦਾ ਜਿਉਂਦੇ ਹਾਂ। ਉਹਦੀ ਸੰਤਾਨ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਪਾਪ ਇਜ਼ਰਾਈਲੀ ਜਦੋਂ ਉਹਨਾਂ ਦੇ ਸ਼ੁਰੂ ਹੋਏ ਸੀ ਤੇ ਉਹਨਾਂ ਦੀ ਗਿਣਤੀ ਜਿਹੜੀ ਸੀ, ਜਨਸੰਖਿਆ ਜਿਹੜੀ ਸੀ, ਉਹਦੇ ਪੁਰਖੇ ਨੇ ਕਹਿ ਦਿੱਤਾ ਸੀਗਾ ਕਿ ਅਬਰਾਹਮ ਨੇ ਕਹਿ ਦਿੱਤਾ ਸੀਗਾ, ਅੱਛਾ ਤੂੰ ਮੈਨੂੰ ਇਹ ਸਾਰੀਆਂ ਚੀਜ਼ਾਂ ਦੇਣੀਆਂ, ਕਿਹਦੇ ਲਈ ਦੇਣੀਆਂ? ਸੋ 1 ਮਿੰਟ ਠਹਿਰੀ ਪ੍ਰਭੂ, 1 ਮਿੰਟ ਹੈ 0, ਮੇਰੇ ਕੋਲ ਤਾਂ ਕੁਛ ਵੀ ਨਹੀਂ, ਕਿਹਦੇ ਲਈ ਤੂੰ ਦੇਣੀਆਂ ਮੈਨੂੰ ਚੀਜ਼ਾਂ? ਇਸ ਕਲੀਅਰ ਨਾ? ਇਜ਼ਰਾਈਲ ਦੀ ਗਿਣਤੀ ਕਿਉਂ ਨਹੀਂ ਹੋ ਸਕਦੀ? ਇਸ ਕਰਕੇ ਨਹੀਂ ਹੋ ਸਕਦੀ। ਸੋ ਜਿਸ ਵੇਲੇ ਦਾਊਦ ਦੇ ਕੋਲੋਂ ਪ੍ਰਭੂ ਨੇ ਦਾਊਦ ਦੀ ਇੱਛਾ ਨੂੰ ਭੜਕਾਇਆ ਕਿ ਨਹੀਂ ਤੂੰ ਕਰ ਕੋਈ, ਉਸ ਪ੍ਰਭੂ ਦਾ ਜਿਹੜਾ ਗੁੱਸਾ ਸੀ ਉਹ ਇਜ਼ਰਾਈਲੀਆਂ ਦੇ ਵਿਰੁੱਧ ਭੜਕਿਆ ਸੀ। ਤੇ ਉਹਨਾਂ ਦੀ ਗਿਣਤੀ ਜਿਸ ਲਈ ਹੋਈ ਤਾਂ ਦਾਊਦ ਨੂੰ ਪਤਾ ਲੱਗਾ। ਦਾਊਦ ਕਹਿੰਦਾ ਮੈਂ ਗਿਣਤੀ ਕੀਤੀ, ਕਾਹਦੇ ਲਈ ਗਿਣਤੀ ਕੀਤੀ ਹੈ? ਮੈਂ ਇਹ ਗਿਣਤੀ ਤਾਂ ਕੀਤੀ ਆ ਕਿ ਇਜ਼ਰਾਈਲ ਚ ਕਿੰਨੇ ਯੋਧੇ ਆ ਤੇ ਯਹੂਦਾ ਚ ਕਿੰਨੇ ਯੋਧੇ ਆ, ਪਰ ਮੈਂ ਕੀਤੀ ਕਾਹਦੇ ਲਈ ਆ? ਉਸੇ ਵੇਲੇ ਪ੍ਰਭੂ ਦੀ ਹਜ਼ੂਰੀ ਚ ਚਲਾ ਗਿਆ, ਪ੍ਰਭੂ ਇਹ ਮੈਂ ਕੀ ਕੀਤਾ? ਸੋ ਹੁਣ ਆਓ ਅਸੀਂ ਸ਼ਾਂਤੀ ਪੜੀਏ ਜਿੱਥੇ ਉਸਨੇ ਜਾ ਕੇ ਦੁਆ ਕੀਤੀ। जी 850 पेज में पढ़ते हैं पास्टर जी। जी ਧੰਨਵਾਦ ਦੀ ਪ੍ਰਾਰਥਨਾ। हे ਪ੍ਰਭੂ, ਮੈਂ ਤੇਰੀ ਵਡਿਆਈ ਕਰਾਂਗਾ। ਤੂੰ ਮੈਨੂੰ ਉੱਪਰ ਚੁੱਕਿਆ ਹੈ, ਤੂੰ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਹੱਸਣ ਨਹੀਂ ਦਿੱਤਾ। हे ਪ੍ਰਭੂ, ਮੈਂ ਤੈਨੂੰ ਪੁਕਾਰਿਆ ਅਤੇ ਤੂੰ ਮੈਨੂੰ ਚੰਗਿਆ ਕੀਤਾ ਹੈ। ਤੂੰ ਮੇਰੇ ਪ੍ਰਾਣ ਨੂੰ ਮੁਰਦਿਆਂ ਦੇ ਸੰਸਾਰ ਵਿੱਚੋਂ ਬਾਹਰ ਕੱਢਿਆ। ਮੈਂ ਉਸ ਵਿੱਚ ਜਾਣ ਹੀ ਵਾਲਾ ਸਾਂ, ਪਰ ਤੂੰ ਮੈਨੂੰ ਬਚਾ ਲਿਆ। हे ਪਵਿੱਤਰ ਲੋਕੋ, ਪ੍ਰਭੂ ਦੀ ਉਸਤਤ ਕਰੋ, ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੋ। ਪ੍ਰਭੂ ਦਾ ਕ੍ਰੋਧ ਥੋੜੇ ਸਮੇਂ ਤੱਕ ਰਹਿੰਦਾ ਹੈ, ਪਰ ਉਸ ਦੀ ਕਿਰਪਾ ਹਮੇਸ਼ਾ ਤੱਕ ਰਹਿੰਦੀ ਹੈ। ਬੇਸ਼ੱਕ ਰਾਤ ਨੂੰ ਰੋਣਾ ਵੀ ਕਿਉਂ ਨਾ ਪਵੇ, ਪਰ ਸਵੇਰ ਨੂੰ ਆਨੰਦ ਜ਼ਰੂਰ ਮਿਲੇਗਾ। ਮੈਂ ਆਪਣੇ ਚੰਗੇ ਦਿਨਾਂ ਵਿੱਚ ਕਿਹਾ ਸੀ, ਮੈਂ ਸਦਾ ਸੁਰੱਖਿਅਤ ਰਹਾਂਗਾ। हे ਪ੍ਰਭੂ, ਤੂੰ ਪਹਾੜ ਦੀ ਤਰ੍ਹਾਂ ਮੈਨੂੰ ਸਥਿਰ ਕੀਤਾ, ਪਰ ਜਦੋਂ ਤੂੰ ਮੇਰੇ ਤੋਂ ਦੂਰ ਹੋਇਆ ਤਾਂ ਮੈਂ ਘਬਰਾ ਗਿਆ। हे ਪ੍ਰਭੂ, ਮੈਂ ਤੈਨੂੰ ਪੁਕਾਰਿਆ, ਮੈਂ ਤੇਰੇ ਅੱਗੇ ਹੀ ਆਪਣੀਆਂ ਬੇਨਤੀਆਂ ਰੱਖੀਆਂ। ਤੈਨੂੰ ਮੇਰੀ ਮੌਤ ਤੋਂ ਕੀ ਮਿਲੇਗਾ? ਮੇਰੇ ਕਬਰ ਵਿੱਚ ਜਾਣ ਨਾਲ ਕੀ ਲਾਭ ਹੋਵੇਗਾ? ਕੀ ਮੁਰਦਾ ਮਿੱਟੀ ਤੇਰੀ ਮਹਿਮਾ ਕਰ ਸਕਦੀ ਹੈ? ਕੀ ਉਹ ਤੇਰੇ ਅਟਲ ਸੱਚ ਦੀ ਗਵਾਹੀ ਦੇ ਸਕਦੀ ਹੈ? हे ਪ੍ਰਭੂ, ਮੇਰੀ ਬੇਨਤੀ ਸੁਣ, ਤੂੰ ਮੇਰੇ ਤੇ ਕਿਰਪਾ ਕਰ ਅਤੇ ਮੇਰਾ ਸਹਾਇਕ ਹੋ। ਤੂੰ ਮੇਰੇ ਵੈਣ ਨੂੰ ਆਨੰਦਮਈ ਗੀਤ ਵਿੱਚ ਬਦਲ ਦਿੱਤਾ ਹੈ। ਤੂੰ ਮੇਰੇ ਸੋਗ ਵਸਤਰ ਉਤਾਰ ਕੇ ਖੁਸ਼ੀ ਦਾ ਪਹਿਰਾਵਾ ਪਵਾਇਆ ਹੈ। ਇਸ ਲਈ ਮੈਂ ਚੁੱਪ ਨਹੀਂ ਰਹਾਂਗਾ, ਮੈਂ ਤੇਰੀ ਵਡਿਆਈ ਗਾਵਾਂਗਾ। हे ਮੇਰੇ ਪ੍ਰਭੂ ਪਰਮੇਸ਼ਰ, ਮੈਂ ਤੇਰਾ ਅਨੰਤ ਕਾਲ ਤੱਕ ਧੰਨਵਾਦ ਕਰਾਂਗਾ। ਆਮੀਨ। ਸੋ ਉਸਨੇ ਪ੍ਰਭੂ ਦੀ, ਉਸਨੂੰ ਪਤਾ ਨਹੀਂ ਕੀ ਹੋਣ ਜਾ ਰਿਹਾ, ਲੇਕਿਨ ਉਸਨੂੰ ਪਤਾ ਕਿ ਉਸਨੇ ਪਾਪ ਕੀਤਾ, ਉਹਦੇ ਕੋਲੋਂ ਪਾਪ ਹੋਇਆ, ਲੇਕਿਨ ਹੁਣ ਉਸਦਾ ਮਨ ਇੰਨਾ ਸੈਂਸਿਟਿਵ ਆ ਪਾਪ ਦੇ ਲਈ, ਇੰਨਾ ਉਸਨੂੰ ਜਿਸ ਤਰ੍ਹਾਂ ਕਿ ਅਸੀਂ ਜਿਸ ਤਰ੍ਹਾਂ ਭਈ ਅੱਗੇ ਇਹ ਸੀਗਾ ਕਿ ਉਹ ਜਿਹੜਾ ਜੇ ਜ਼ਖਮ ਜੇ ਹੋਇਆ ਵੀ ਹੈ ਨਾ, ਉਹਨੇ ਪਾਪ ਕੀਤਾ ਵੀ ਹੈ, ਤਾਂ ਉਸਨੂੰ ਛੁਪਾਉਂਦਾ ਸੀ, ਉਸਨੂੰ ਛੁਪਾਉਂਦਾ ਸੀ। ਹੁਣ ਛੁਪਾਉਂਦਾ ਨਹੀਂ। ਜਿੱਦਾਂ ਹੀ ਉਸਦੇ ਅੰਤਕਰਨ ਨੇ ਉਸਨੂੰ ਦੱਸਿਆ, ਦੇਖੋ 10ਵੀਂ ਆਇਤ ਬਹੁਤ ਪਿਆਰੀ ਆਇਤ ਆ ਔਰ ਇੱਥੋਂ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ। ਇਹ ਜਿਹੜੀ ਆਇਤ ਆ, ਅਗਰ ਇਹ ਆਇਤ ਇਨਸਾਨ ਨੂੰ ਸਮਝ ਆ ਗਈ ਤਾਂ ਇਹ ਬਰਕਤਾਂ ਹੀ ਬਰਕਤਾਂ ਆ, ਬਰਕਤਾਂ ਹੀ ਬਰਕਤਾਂ ਆ। ਕਿ ਪਰ ਜਨਗਣਨਾ ਕਰ ਚੁੱਕਣ ਦੇ ਪਿੱਛੋਂ ਦਾਊਦ ਦਾ ਅੰਤਕਰਨ ਦੁਖੀ ਹੋ ਉੱਠਿਆ
ਅਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਮੈਂ ਇਹ ਕੰਮ ਕਰਕੇ ਮੈਂ ਇੱਕ ਵੱਡਾ ਭਿਅੰਕਰ ਪਾਪ ਕਰ ਦਿੱਤਾ ਹੈ, ਮੈਨੂੰ ਮਾਫ ਕਰ ਦੇ, ਮੈਂ ਸੱਚਮੁੱਚ ਮੂਰਖਤਾ ਭਰਿਆ ਕੰਮ ਕੀਤਾ। ਦੇਖੋ, ਇਨਸਾਨ ਦੀ ਇੱਕ ਹਾਲਤ ਹੁੰਦੀ, ਇੱਕ ਆਦਤ ਹੁੰਦੀ ਆ, ਜਿਸ ਵੇਲੇ ਉਹ ਆਪਣੀ ਵਡਿਆਈ ਦੇ ਗੁਣ ਗਾ ਰਿਹਾ ਹੁੰਦਾ ਨਾ, ਜਾਂ ਕੋਈ ਹੋਰ ਉਸਦੀ ਵਡਿਆਈ ਦੇ ਗੁਣ ਗਾ ਰਿਹਾ ਹੁੰਦਾ, ਤੇ ਉਸ ਤੋਂ ਬਾਅਦ ਫਿਰ ਉਹਦੇ ਮੂੰਹ ਚੋਂ ਕੁਛ ਨਾ ਕੁਛ, ਜਾਂ ਉਹਦੇ ਹੱਥਾਂ ਤੋਂ ਕੁਛ ਨਾ ਕੁਛ ਐਸੀ ਚੀਜ਼ ਹੁੰਦੀ ਆ, ਜਾਂ ਉਹਦੀ ਸੋਚ ਕੋਈ ਐਸਾ ਕੰਮ ਕਰਾਉਂਦੀ ਆ ਕਿ ਉਹ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ। ਜੇ ਤਾਂ ਅੰਤਕਰਨ ਨੇ ਉੱਥੇ ਹੀ ਦੇਖ ਲਿਆ ਕਿ ਨਹੀਂ ਵੀ ਇਹ ਚੀਜ਼ ਪ੍ਰਭੂ ਨੂੰ ਪਸੰਦ ਨਹੀਂ, ਉੱਥੋਂ ਹੀ ਮੁੜ ਪੈਂਦਾ, ਉੱਥੋਂ ਮੁੜ ਪੈਂਦਾ। ਸਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ। ਪ੍ਰਭੂ ਨੇ ਮੈਨੂੰ ਇੱਕ ਬੜੀ ਪਿਆਰੀ ਚੀਜ਼ ਸਿਖਾਈ, ਔਰ ਸਿਖਾਈ ਵੀ ਸੀਗੀ ਉਸਨੇ ਇੱਕ रोमन राजे तो, और सीजर एक बहुत बड़ा रोमन्स दे विच एक हीरो होया, जिसने रोम दे पैर बन दिते, जिसने रोम नूं बन के रख दिता, बना दिता। बेसिकली रोमन्स दा दाऊद वो सीगा, डेविड वो सीगा। उसने देश नूं फैला के रख दिता, नीआं बन दित्तियां देश दियां। और जिस वेले उसकी सिफत की जाती सी ते वो सच्ची सिफत हुंदी सी, पर उसने अपने नाल 2 बंदे हायर कीते हो सीगे जिहड़े उहदे नाल नाल रहिंदे सी। सो जिसले लोकां ने उहदी सिफत करनी ते उहनां नूं ओह जिहड़े 2 जणे हुंदे सीगे, एक उहदे सज्जे कंन दे पिछे खड़ा हो जांदा सी, खब्बे कंन दे पिछे खड़ा हो जांदा सी, ते ओह लगातार उसनूं कहंदा सी, यू आर जस्ट अ मैन, यू आर जस्ट अ मैन, तू सिर्फ एक आदमी है, सिर्फ आदमी है। वो कहंदे सी, लोग कहंदे तू परमेश्वर वर्गा, तू इदां, तू उदां, तू सचमुच देवते दी औलाद आ, इदां उदां। लेकिन वो बार बार उसनूं इहो ही कहंदे रहिंदे सी, तू सिर्फ एक आदमी है, यू आर जस्ट अ मैन। मैं इस चीज तो अपने लिए मैनू मकारी जी करनी नहीं आती, मैं एंड आई डोंट डू इट। मैं प्रभु का बहुत शुक्र करदा इस चीज के लिए, उसने मैनू बड़ा प्यारा गिफ्ट दिता है वचन का। और बहुत सारे लोग जिस वेले भी मैं प्रभु का वचन लैके जाना, बहुत सारे लोग कहते यू नो बहुत वधिया है, इस तरह उस तरह। ठीक है, वधिया हुंदा, प्रभु की हजूरी दे विच बैठ के लिया हुंदा, मेहनत कीती हुंदी, और वो दिंदा भी है। लेकिन उस वेले मैं अपने आप को एक चीज कह रहा हूं, यू आर जस्ट अ मैन, यू आर जस्ट अ मैन, तू सिर्फ एक आदमी। दाऊद नूं इस चीज का पता, बेशक वो राजा है, प्रभु ने उसनूं ये चीज, ओहदे अंतकरण ने उसनूं ये चीज सिखा, तू सिर्फ एक इंसान, बस तू इंसान ही है, इस तो ज्यादा तू कख नहीं, तू भगवान नहीं, तू इंसान, जस्ट अ मैन। ईगो तो बचना चाहिए। ईगो एक शब्द है ग्रीक का जिसका मतलब है आई एम, आई एम। और वो कहने का हक सिर्फ इको नहीं है परमेश्वर, आई एम हु आई एम। इस करके उसनूं खुदा कहा जाता, खुद ही मैं हाँ। खुदा का मतलब ये हुई है, मैं हाँ। सो असीं जिसले प्रभु का वचन इत्थे पढ़ते पे हैं, ते दाऊद जिहड़ा पाप होया दाऊद दे कोलों, वो प्रभु ने हो लैण दिता, कर लैण दिता। प्रभु ने आप ही उसनूं उकसाया। उसके पिछे एक बहुत बड़ा कारण, उसके पिछे बहुत बड़ा कारण यह है कि इजरायली लोग बहुत ज्यादा
ਜਿਸ ਤਰ੍ਹਾਂ ਕਿ ਉਹਨਾਂ ਨੇ ਜੋ ਕੁਛ ਉਹਨਾਂ ਨੇ ਦਾਊਦ ਦੇ ਨਾਲ ਕੀਤਾ, ਉਸਦੇ ਪੁੱਤਰ ਤੋਂ ਬਾਅਦ ਜੋ ਕੁਛ ਉਹਨਾਂ ਨੇ ਦਾਊਦ ਦੇ ਨਾਲ ਕੀਤਾ, ਕਦੀ ਕੋਈ ਖੜਾ ਹੋ ਕੇ ਕਹਿ ਰਿਹਾ ਸ਼ੀਬੇ ਵਰਗਾ ਕਿ ਮੈਂ ਰਾਜਾ ਬਣ ਜਾਣਾ, ਤੇ ਕੋਈ ਕੁਛ ਦੇਸ਼ ਨੂੰ ਪਾੜਨ ਦੀ ਕੋਸ਼ਿਸ਼ ਕੀਤੀ, ਕਈ ਕੁਛ ਕੀਤਾ ਗਿਆ। ਉਹਦੇ ਆਪਣੇ ਕਬੀਲੇ ਚੋਂ ਮਾਸਾ ਵਰਗਿਆਂ ਨੇ ਉਹਦੀ ਬੱਖੀ ਦੇ ਵਿੱਚ ਛੁਰੀ ਮਾਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਮਾਰੇ ਗਏ। ਸੋ ਇਸ ਕਰਕੇ ਪ੍ਰਭੂ ਦਾ ਜਿਹੜਾ ਮਨ ਆ ਨਾ ਉਹਨਾਂ ਤੋਂ ਉੱਕਿਆ ਆ ਥੋੜਾ ਜਿਹਾ, ਇਸ ਕਰਕੇ ਪ੍ਰਭੂ ਨੇ ਇਹੋ ਲੈਣ ਦਿੱਤਾ। ਉਸਨੇ ਦਾਊਦ ਦੀ ਆਤਮਾ ਨੂੰ ਜਗਾਇਆ ਨਹੀਂ, ਸੁੱਤੀ ਰਹਿਣ ਦਿੱਤਾ ਥੋੜੀ ਦੇਰ। ਪਰ ਅਸੀਂ ਦੇਖਾਂਗੇ ਇਹਦਾ ਰਿਜ਼ਲਟ ਹੁਣ ਕੀ ਹੋਣਾ। ਇਹਦੇ ਦੋ ਰਿਜ਼ਲਟ ਹੋਣੇ ਆ। ਇੱਕ, ਪ੍ਰਭੂ ਨੇ ਜਿਹੜਾ ਕੰਮ ਕਰਨਾ ਉਹ ਹੋ ਜਾਣਾ। ਦੂਜਾ, ਇੱਕ ਬਹੁਤ ਵੱਡੀ ਬਰਕਤ ਮਿਲਣੀ ਦਾਊਦ ਨੂੰ, ਬਹੁਤ ਵੱਡੀ ਦਾਊਦ ਨੂੰ ਬਰਕਤ ਮਿਲਣੀ। ਆਓ ਅਸੀਂ 11 ਤੋਂ ਲੈ ਕੇ, ਮੈਂ ਪੜ੍ਹਦੇ ਮਾਸਟਰ ਜੀ? ਹਾਂਜੀ, 11 ਤੋਂ ਲੈ ਕੇ ਅਸੀਂ 19 ਤੱਕ ਪੜਾਂਗੇ। ਅੱਛਾ, 20 ਤੱਕ ਪੜ੍ਹਦੇ ਹੋ। ਚਲੋ ਠੀਕ ਹੈ। ਪਰ ਜਦੋਂ ਦਾਊਦ ਅਗਲੀ ਸਵੇਰੇ ਉੱਠਿਆ ਤਾਂ ਉਸਨੂੰ ਗਾਦ ਨਬੀ ਦੇ ਦੁਆਰਾ ਪ੍ਰਭੂ ਦਾ ਇਹ ਸੰਦੇਸ਼ ਮਿਲਿਆ। ਪ੍ਰਭੂ ਨੇ ਗਾਦ ਨੂੰ ਕਿਹਾ, ਤੂੰ ਜਾ ਕੇ ਦਾਊਦ ਨੂੰ ਕਹਿ ਕਿ ਮੈਂ ਤੇਰੇ ਅੱਗੇ 3 ਗੱਲਾਂ ਰੱਖਦਾ ਹਾਂ, ਤੂੰ ਉਹਨਾਂ ਵਿੱਚੋਂ ਇੱਕ ਚੁਣ ਅਤੇ ਮੈਂ ਉਸੇ ਅਨੁਸਾਰ ਤੇਰੇ ਨਾਲ ਵਰਤਾਓ ਕਰਾਂਗਾ। ਸੋ ਗਾਦ ਨਬੀ ਨੇ ਦਾਊਦ ਕੋਲ ਜਾ ਕੇ ਕਿਹਾ, ਤੂੰ ਇਹਨਾਂ 3 ਗੱਲਾਂ ਵਿੱਚੋਂ ਆਪਣੇ ਲਈ ਕਿਹੜੀ ਚੁਣਨਾ ਚਾਹੁੰਦਾ? ਤੇਰੇ ਸਾਰੇ ਦੇਸ਼ ਵਿੱਚ 3 ਸਾਲ ਤੱਕ ਅਕਾਲ, ਜਾਂ 3 ਮਹੀਨਿਆਂ ਤੱਕ ਤੇਰੇ ਬੈਰੀ ਤੇਰਾ ਪਿੱਛਾ ਕਰਨ, ਜਾਂ 3 ਦਿਨ ਤੇਰੀ ਧਰਤੀ ਉੱਤੇ ਮਹਾਮਾਰੀ ਪਵੇ? ਤੂੰ ਸੋਚ ਕੇ ਮੈਨੂੰ ਉੱਤਰ ਦੇ, ਤਾਂ ਜੋ ਮੈਂ ਆਪਣੇ ਘੱਲਣ ਵਾਲੇ ਨੂੰ ਜਾ ਕੇ ਤੇਰਾ ਉੱਤਰ ਦੱਸਾਂ। ਦਾਊਦ ਨੇ ਉੱਤਰ ਦਿੱਤਾ, ਮੈਂ ਬਹੁਤ ਵੱਡੀ ਭਿਅੰਕਰ ਹਾਲਤ ਵਿੱਚ ਫਸ ਗਿਆ ਹਾਂ, ਪਰ ਮੈਂ ਆਦਮੀਆਂ ਦੇ ਹੱਥੀਂ ਪੈਣ ਨਾਲੋਂ ਪ੍ਰਭੂ ਦੇ ਹੱਥੀਂ ਪੈ ਕੇ ਸਜ਼ਾ ਭੁਗਤਣੀ ਚਾਹੁੰਦਾ ਹਾਂ। ਸੋ ਪ੍ਰਭੂ ਜੋ ਦਿਆਲੂ ਹੈ, ਆਪ ਹੀ ਸਾਨੂੰ ਸਜ਼ਾ ਦੇਵੇ। ਸੋ ਪ੍ਰਭੂ ਨੇ ਇਜ਼ਰਾਈਲ ਦੇਸ਼ ਉੱਤੇ ਮਹਾਮਾਰੀ ਘੱਲੀ, ਜੋ ਇੱਕ ਸਵੇਰ ਤੋਂ ਸ਼ੁਰੂ ਕਰਕੇ ਠਹਿਰਾਏ ਹੋਏ ਸਮੇਂ ਤੱਕ ਰਹੀ, ਅਤੇ ਦਾਨ ਤੋਂ ਲੈ ਕੇ ਬੇਰਸਵਾ ਤੱਕ 70,000 ਆਦਮੀ ਮਰੇ। ਜਦੋਂ ਸਵਰਗਦੂਤ ਹੱਥ ਵਧਾ ਕੇ ਯਰੂਸ਼ਲਮ ਸ਼ਹਿਰ ਨੂੰ ਨਾਸ਼ ਕਰਨ ਦੀ ਸੋਚ ਰਿਹਾ ਸੀ, ਤਾਂ ਪ੍ਰਭੂ ਲੋਕਾਂ ਨੂੰ ਇਹ ਸਜ਼ਾ ਦੇਣ ਦੇ ਆਪਣੇ ਫੈਸਲੇ ਤੋਂ ਪਛਤਾਇਆ। ਸੋ ਉਸਨੇ ਸਵਰਗਦੂਤ ਨੂੰ ਕਿਹਾ, ਇੰਨਾ ਹੀ ਬਹੁਤ ਹੈ, ਤੂੰ ਰੁਕ ਜਾ। ਪ੍ਰਭੂ ਦਾ ਸਵਰਗਦੂਤ ਉਸ ਸਮੇਂ ਜਬੂਸੀ ਅਰਵਨਾ ਦੇ ਪੇੜ ਕੋਲ ਖੜਾ ਸੀ। ਦਾਊਦ ਨੇ ਉਸ ਸਵਰਗਦੂਤ ਨੂੰ ਲੋਕਾਂ ਨੂੰ ਮਾਰਦੇ ਦੇਖਿਆ ਤਾਂ ਉਸਨੇ ਪ੍ਰਭੂ ਨੂੰ ਕਿਹਾ, ਪਾਪ ਤਾਂ ਮੈਂ ਕੀਤਾ, ਹਾਂ ਮੈਂ ਦੁਸ਼ਟਤਾ ਕੀਤੀ ਹੈ, ਇਹਨਾਂ ਗਰੀਬ ਲੋਕਾਂ ਨੇ ਕੁਝ ਨਹੀਂ ਕੀਤਾ, ਇਸ ਲਈ ਤੂੰ ਮੈਨੂੰ ਅਤੇ ਮੇਰੇ ਟੱਬਰ ਦੇ ਲੋਕਾਂ ਨੂੰ ਸਜ਼ਾ ਦੇ। ਤਦ ਉਸ ਦਿਨ ਗਾਦ ਨਬੀ ਨੇ ਦਾਊਦ ਕੋਲ ਆ ਕੇ ਕਿਹਾ, ਤੂੰ ਜਬੂਸੀ ਅਰਵਨਾ ਦੇ ਪੇੜ ਵਿੱਚ ਜਾ ਕੇ ਪ੍ਰਭੂ ਦੇ ਲਈ ਬੇਦੀ ਬਣਾ। ਦਾਊਦ ਨੇ ਗਾਦ ਨਬੀ ਦੇ ਕਹੇ ਅਨੁਸਾਰ ਪ੍ਰਭੂ ਦੀ ਆਗਿਆ ਮੰਨੀ ਅਤੇ ਉਹ ਅਰਵਨਾ ਦੇ ਪੇੜ ਵੱਲ ਵੱਧ ਗਿਆ। ਅਰਵਨਾ ਨੇ ਜਦੋਂ ਰਾਜਾ ਦਾਊਦ ਨੂੰ ਆਪਣੇ ਪੇੜ ਵਿੱਚ ਆਇਆ ਦੇਖਿਆ ਤਾਂ ਉਸਨੇ ਕਿਹਾ, ਮਹਾਰਾਜ ਤੁਹਾਡਾ ਦਾਸ ਤੁਹਾਡੇ ਲਈ ਕੀ ਕਰ ਸਕਦਾ ਹੈ? ਕੀ ਕਰ ਸਕਦਾ? ਇੱਥੇ ਰੁਕ ਜਾਓ। ਹੁਣ ਅਸੀਂ ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਚੀਜ਼ ਦੇਖਦੇ ਪਏ ਹਾਂ, ਦਾਊਦ ਦੇ ਮਨ ਦੇ ਵਿੱਚ ਕਿੰਨੀ ਦਿਆਲਤਾ, ਕਿੰਨਾ ਪਿਆਰ ਕਰਦਾ ਆਪਣੇ ਲੋਕਾਂ, ਕਿੰਨਾ ਉਸ ਤੇ ਮੋਹ ਆ ਉਹਨੂੰ ਆਪਣੇ ਲੋਕਾਂ ਦੇ ਨਾਲ। ਉਸਨੇ ਸਜ਼ਾ ਮਿੱਥੀ ਨਹੀਂ। ਉਸ ਪ੍ਰਭੂ ਨੇ ਕਿਹਾ ਕਿ ਜਾ ਕੇ ਉਹਨੂੰ ਦੱਸ ਦੇ ਵੀ ਤੈਨੂੰ ਕਿਹੜੀ ਸਜ਼ਾ ਦਿੱਤੀ ਜਾਏ, 3 ਸਾਲ ਤੱਕ ਅਕਾਲ, 3 ਮਹੀਨੇ ਤੱਕ ਤੇਰਾ ਪਿੱਛਾ ਫੇ ਕੀਤਾ ਜਾਏ। ਤੀਜੀ ਵਾਰੀ, ਇੱਕ ਵਾਰੀ ਸਾਊਲ ਨੇ ਕੀਤਾ, ਦੂਜੀ ਵਾਰੀ ਅਬਸ਼ਲੋਮ ਨੇ ਕੀਤਾ, ਹੁਣ ਇੱਕ ਹੋਰ ਠਾਲ ਦਾ, ਤੇ ਜਾਂ ਫਿਰ 3 ਦਿਨ ਦੀ ਮਹਾਮਾਰੀ। ਪ੍ਰਭੂ ਨੂੰ ਪਤਾ ਸੀ ਉਸਨੇ ਕੀ ਕਰਨਾ। ਔਰ ਇਹ ਗਾਦ ਦੇ ਕਬੀਲੇ ਤੋਂ ਜਿਹੜੇ ਉਸਨੇ 70,000 ਲੋਕ ਮਾਰੇ ਆ, ਇਹ ਉਹੀ ਲੋਕ ਆ ਜਦੋਂ ਢੰਡੋਰਾ ਪਿੱਟਿਆ ਗਿਆ ਸੀ ਕਿ ਸਾਡਾ ਜੱਸੀ ਦਾ ਪੁੱਤਰ ਸਾਡਾ ਕੀ ਲੱਗਦਾ, ਉਹ ਸਾਡਾ ਕੁਛ ਨਹੀਂ ਲੱਗਦਾ, ਸੋ ਇਜ਼ਰਾਈਲੀਓ ਘਰਾਂ ਨੂੰ ਚਲੇ ਜਾਓ। ਇਹ ਉਹਨਾਂ ਕਬੀਲਿਆਂ ਦੇ ਉਹ ਲੋਕ। ਸੋ ਠੀਕ 3 ਦਿਨ ਤੱਕ ਉਹਨਾਂ ਨੂੰ ਸਜ਼ਾ ਮਿਲੀ। ਔਰ ਜਿਸ ਵੇਲੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫ਼ਤਾ ਅਸੀਂ ਵਿੱਚੋਂ ਬਾਈਬਲ ਸਟੱਡੀ 'ਚ ਰੋਕਾਂਗੇ, ਔਰ ਅਸੀਂ ਉਸ ਹਫ਼ਤੇ ਸਿਰਫ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਬਾਰੇ ਦੇਖਾਂਗੇ। ਉਹ ਹੈ April 4th ਵਾਲਾ ਹਫ਼ਤਾ ਆ।
ਉਸ ਤੋਂ ਪਹਿਲਾਂ ਮਾਰਚ ਦੇ ਐਂਡ ਤੋਂ ਲੈ ਕੇ ਅਸੀਂ ਉਹ ਉਸ ਹਫ਼ਤੇ ਦੇ ਵਿੱਚ ਸਿਰਫ ਉਹ ਦੇਖਾਂਗੇ। ਉਹਦੇ ਵਿੱਚ ਇਹਨਾਂ 3 ਦਿਨਾਂ ਦੇ ਬਾਰੇ ਫਿਰ ਦੇਖਾਂਗੇ, ਉਦੋਂ ਉੱਥੇ ਜਾਵਾਂਗੇ। ਸੋ ਪ੍ਰਭੂ ਨੇ ਜਿਸ ਲਈ ਸਜ਼ਾ ਦਿੱਤੀ ਤਾਂ ਪ੍ਰਭੂ ਨੇ ਕਿਹਾ ਅੱਛਾ ਕਾਫੀ, ਹੁਣ ਇਹ ਜਿਹੜਾ ਜਿੰਨਿਆਂ ਨੂੰ ਮੈਂ ਸਜ਼ਾ ਦੇਣੀ ਸੀ ਮੈਂ ਦੇ ਦਿੱਤੀ। ਸਜ਼ਾ ਦਾਊਦ ਲਈ ਦਿੱਤੀ ਗਈ ਹੈ। ਦਾਊਦ ਨੂੰ ਜੋ ਕੁਛ ਉਹਨਾਂ ਨੇ ਕੀਤਾ ਸੀ, ਪ੍ਰਭੂ ਦਾ ਗੁੱਸਾ ਉਸ ਚੀਜ਼ ਦੇ ਉੱਤੇ ਸੀ। ਸੋ ਇੱਕ ਤਾਂ ਪ੍ਰਭੂ ਨੇ ਵੱਡੀ ਦਇਆ ਦਾਊਦ ਤੇ ਇਹ ਕੀਤੀ ਕਿ ਉਸਦੇ ਬੁਢਾਪੇ ਦੇ ਵਿੱਚ ਜਿਹੜੇ ਇਹ ਲੋਕ ਸਿਰ ਬਾਰ-ਬਾਰ ਚੁੱਕਦੇ ਸੀ, ਔਰ ਜਿਸ ਵੇਲੇ ਇਹ ਲੋਕ ਸੀਬਾ ਦੇ ਪਿੱਛੇ ਲੱਗੇ, ਜਿਸ ਲਈ ਇਹ ਲੋਕ ਉਸਦੇ ਪਿੱਛੇ ਲੱਗ ਕੇ ਇਹਨਾਂ ਨੇ ਇੱਕ ਵਾਰੀ ਦੇਸ਼ ਨੂੰ ਵੰਡਣਾ ਚਾਹਿਆ, ਤਾਂ ਉਹਨਾਂ ਨੇ ਆਪੇ ਹੀ ਉਸਦਾ ਸਿਰ ਵੱਢ ਕੇ ਬਾਹਰ ਸੁੱਟ ਦਿੱਤਾ। ਜੰਗ ਨਹੀਂ ਹੋਈ, ਲੇਕਿਨ ਪ੍ਰਭੂ ਨੂੰ ਇਹ ਚੀਜ਼ ਪਸੰਦ ਨਹੀਂ ਆਈ। ਉਹਨਾਂ ਦੀ ਇਹ ਚੀਜ਼ ਉਸ ਨੂੰ ਪਸੰਦ ਨਹੀਂ ਆਈ। ਦੂਸਰੀ ਚੀਜ਼ ਇਹ ਸੀ ਕਿ ਦਾਊਦ ਸਾਰੀ ਕੌਮ ਦੇ ਲਈ ਹਮੇਸ਼ਾ ਦੁਆ ਦੇ ਵਿੱਚ ਰਹਿੰਦਾ ਸੀ, ਸਾਰੀ ਕੌਮ ਦੇ ਲਈ। ਸੋ ਦਾਊਦ ਨੂੰ ਰਸਤੇ ਤੋਂ ਪਰਾਂ ਕਰਨਾ ਪ੍ਰਭੂ ਦਾ ਕੰਮ ਸੀ, ਕਿਉਂਕਿ ਦਾਊਦ ਦੇ ਅੰਦਰ ਪ੍ਰਭੂ ਯਿਸੂ ਮਸੀਹ ਦਾ ਅੰਸ਼, ਜਿਹੜਾ ਯਿਸੂ ਮਸੀਹ ਨੇ ਦਾਊਦ ਤੋਂ ਇੱਕ ਘਰਾਣੇ ਤੋਂ ਪੈਦਾ ਹੋਣਾ ਸੀ। ਸੋ ਇਸ ਵੇਲੇ ਯਿਸੂ ਮਸੀਹ ਜਿਹੜੇ ਆ ਉਹ ਦਾਊਦ ਦੇ ਅੰਦਰ ਆ। ਸੋ ਪ੍ਰਭੂ ਨੇ ਉਸ ਨੂੰ ਇੱਕ ਪਾਸੇ ਕੀਤਾ, ਇੱਕ ਪਾਸੇ ਕਰਕੇ ਤੇ ਫਿਰ ਉਹਨਾਂ ਇਜ਼ਰਾਈਲੀਆਂ ਨੂੰ ਸਜ਼ਾ ਦਿੱਤੀ, ਔਰ ਉਹਨਾਂ ਨੂੰ ਸਜ਼ਾ ਦੇਣ ਤੋਂ ਬਾਅਦ ਉਸਨੇ ਕਿਹਾ ਕਿ ਹੁਣ ਤੂੰ ਇੱਕ ਤੀਜਾ ਕੰਮ ਕਰ, ਇੱਕ ਹੁਣ ਹੋਰ ਕੰਮ ਤੂੰ ਕਰੇਗਾ। ਮੇਰੇ ਰਹਿਣ ਦੀ ਜਗ੍ਹਾ ਜਿੱਥੇ ਹੋਏਗੀ, ਜਿੱਥੇ ਆ ਕੇ ਮੈਂ ਤੇਰੇ ਪੁੱਤਰ ਨੂੰ ਮਿਲਿਆ ਕਰਾਂਗਾ, ਹੁਣ ਉਸ ਨੂੰ ਉਸਾਰੀਏ, ਉਸ ਜਗ੍ਹਾ ਨੂੰ ਉਸਾਰੀਏ। ਸੋ ਦਾਊਦ ਦੇ ਰਾਹੀਂ ਉਸਨੇ ਇੱਕ ਬੜਾ ਹੀ ਪਿਆਰਾ ਕੰਮ ਕਰਨਾ, ਬਹੁਤ ਹੀ ਜ਼ਿਆਦਾ ਪਿਆਰਾ ਕੰਮ ਕਰਨਾ। ਸੋ ਆਓ ਹੁਣ ਅਸੀਂ ਇਸ ਨੂੰ ਮੁੜ ਕੇ 20 ਆਇਤ ਤੋਂ ਲੈ ਕੇ ਆਓ ਇਸ ਨੂੰ ਅਸੀਂ 24 ਆਇਤ ਤੱਕ ਦੇਖਦੇ ਹਾਂ। ਅਰਵਨਾ ਨੇ ਜਦੋਂ ਰਾਜਾ ਦਾਊਦ ਨੂੰ ਆਪਣੇ ਪਿੰਡ ਵਿੱਚ ਆਇਆ ਦੇਖਿਆ ਤਾਂ ਉਸਨੇ ਕਿਹਾ, ਮਹਾਰਾਜ ਤੁਹਾਡਾ ਦਾਸ ਤੁਹਾਡੇ ਲਈ ਕੀ ਕਰ ਸਕਦਾ ਹੈ? ਦਾਊਦ ਨੇ ਉੱਤਰ ਦਿੱਤਾ, ਮੈਂ ਤੇਰਾ ਪਿੰਡ ਖਰੀਦਣਾ ਚਾਹੁੰਦਾ ਹਾਂ ਕਿ ਇੱਥੇ ਮਹਾਮਾਰੀ ਦੀ ਰੋਕ ਲਈ ਮੈਂ ਪ੍ਰਭੂ ਦੇ ਲਈ ਇੱਕ ਬੇਦੀ ਬਣਾਵਾਂ। ਪਰ ਅਰਵਨਾ ਨੇ ਰਾਜਾ ਨੂੰ ਕਿਹਾ, ਮਹਾਰਾਜ ਜੀ ਸਦਕੇ ਜੋ ਤੁਸੀਂ ਚਾਹੋ ਕਰੋ। ਇਹ ਬਾਲਦ, ਫਲੇ ਅਤੇ ਜੂੜੇ ਦੀਆਂ ਲੱਕੜਾਂ ਹੋਮ ਬਲੀ ਦੇ ਲਈ ਹਾਜ਼ਰ ਹਨ। ਇਹ ਕਹਿ ਕੇ ਉਸਨੇ ਉਹ ਸਭ ਚੀਜ਼ਾਂ ਰਾਜਾ ਨੂੰ ਸੌਂਪੀਆਂ ਅਤੇ ਕਿਹਾ, ਪ੍ਰਭੂ ਤੁਹਾਡਾ ਪਰਮੇਸ਼ਰ ਇਹ ਸਭ ਸਵੀਕਾਰ ਕਰੇ। ਪਰ ਰਾਜਾ ਨੇ ਅਰਵਨਾ ਨੂੰ ਉੱਤਰ ਦਿੱਤਾ, ਨਹੀਂ, ਮੈਂ ਉਸ ਚੀਜ਼ ਦੀ ਹੋਮ ਬਲੀ ਨਹੀਂ ਚੜਾਵਾਂਗਾ ਜਿਸ ਉੱਤੇ ਮੇਰਾ ਕੁਝ ਖਰਚ ਨਾ ਹੋਇਆ ਹੋਵੇ। ਇਸ ਲਈ ਰਾਜਾ ਨੇ ਬਲਦ ਅਤੇ ਫਲੇ ਦੀਆਂ ਲੱਕੜਾਂ 50 ਚਾਂਦੀ ਦੇ ਸਿੱਕੇ ਦੇ ਕੇ ਖਰੀਦ ਲਈਆਂ। ਸੋ ਰਾਜਾ ਦਾਊਦ ਨੇ ਉੱਥੇ ਬੇਦੀ ਬਣਾ ਕੇ ਉਸ ਉੱਤੇ ਹੋਮ ਬਲੀਆਂ ਅਤੇ ਮੇਲ ਬਲੀਆਂ ਚੜਾਈਆਂ। ਤਦ ਪ੍ਰਭੂ ਨੇ ਦਾਊਦ ਦੀ ਬੇਨਤੀ ਸੁਣੀ ਅਤੇ ਇਜ਼ਰਾਈਲ ਵਿੱਚੋਂ ਮਹਾਮਾਰੀ ਖਤਮ ਹੋ ਗਈ। ਸੋ ਦਾਊਦ ਨੇ ਉਹ ਜਿਹੜਾ ਪਿੜ, ਉਹ ਜਿਹੜੀ ਜਗ੍ਹਾ, ਜਿਹੜੇ ਬਲਦ, ਜਿਹੜੀ ਲੱਕੜੀ, ਅਗਰ ਕੋਈ ਹੋਰ ਰਾਜਾ ਹੁੰਦਾ ਤੇ ਉਹ ਕਹਿੰਦਾ ਕਿ ਨਹੀਂ ਮਹਾਰਾਜ ਤੁਹਾਡਾ ਵੀ ਉਹੀ ਪਰਮੇਸ਼ਰ, ਮੇਰਾ ਵੀ ਉਹੀ ਪਰਮੇਸ਼ਰ, ਤੁਸੀਂ ਬਲੀ ਦਿਓ। ਤਾਂ ਫਿਰ ਉਹ ਜਿਹੜੀ ਬਲੀ ਗਿਣੀ ਜਾਣੀ ਸੀ ਉਹ ਰਾਜਾ ਦਾਊਦ ਦੀ ਬਲੀ ਨਹੀਂ ਸੀ ਗਿਣੀ ਜਾਣੀ, ਉਹਦੀ ਗਿਣੀ ਜਾਣੀ ਸੀ, ਉਹਦੀ ਬਲੀ ਗਿਣੀ ਜਾਣੀ ਸੀ। ਪ੍ਰਭੂ ਨੇ ਇਸ ਪੇੜ ਦੇ ਉੱਤੇ ਮੰਦਿਰ ਬਣਨਾ, ਇੱਥੇ ਪ੍ਰਭੂ ਦਾ ਮੰਦਿਰ ਬਣਨਾ। ਹੁਣ ਸੋਚੋ, ਸਾਨੂੰ ਪ੍ਰਭੂ ਨੇ ਆਪਣਾ ਮੰਦਿਰ ਬਣਾਇਆ, ਔਰ ਨੰਬਰ 2 ਦੇ ਉੱਤੇ ਉਸਨੇ ਇਸ ਨੂੰ ਖਰੀਦਿਆ ਆ, ਖਰੀਦ ਕੇ ਬਣਾਇਆ, ਆਪਣੇ ਪੁੱਤਰ ਦਾ ਮੁੱਲ ਦਿੱਤਾ, ਉਸਨੇ ਮੁੱਲ ਦੇ ਕੇ ਸਾਨੂੰ ਖਰੀਦਿਆ ਤੇ ਫਿਰ ਮੰਦਰ ਬਣਾਇਆ ਉਸਨੇ।
ਇਹ ਸਾਰੀਆਂ ਚੀਜ਼ਾਂ ਜਿਸ ਲਈ ਅਸੀਂ ਉਸ ਹਫ਼ਤੇ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਖੋਲ ਕੇ ਦੇਖਾਂਗੇ, ਬਿਲਕੁਲ ਖੋਲ ਕੇ ਦੇਖਾਂਗੇ। ਅਸੀਂ ਖਰੀਦੇ ਗਏ ਲੋਕ, ਸਾਨੂੰ ਖਰੀਦਿਆ ਪ੍ਰਭੂ ਨੇ, ਸਾਡੇ ਤੇ ਕਬਜ਼ਾ ਨਹੀਂ ਉਸਨੇ ਕੀਤਾ। ਇਹ ਪ੍ਰਭੂ ਦਾ ਰਹਿਮ ਹੈ। ਸੋ ਦਾਊਦ ਨੂੰ ਦੋ ਬਰਕਤਾਂ ਇੱਥੇ ਮਿਲੀਆਂ, ਦੋ ਬਰਕਤਾਂ ਵੱਡੀਆਂ ਮਿਲੀਆਂ। ਇੱਕ ਤਾਂ ਉਹਦੇ ਜਿਹੜੇ ਸਿਰ ਚੁੱਕਣ ਵਾਲੇ ਸੀ ਉਹ ਪ੍ਰਭੂ ਨੇ ਸਾਫ਼ ਕਰਤੇ, ਔਰ ਦੂਸਰੇ ਪ੍ਰਭੂ ਨੇ ਉਸ ਦੇ ਉੱਤੇ ਰਹਿਮ ਕੀਤੀ ਔਰ ਉਸ ਨੂੰ ਉਸ ਦੇ ਰਾਹੀਂ ਮੰਦਰ ਦੀ ਧਰਤੀ ਜਿੱਥੇ ਮੰਦਰ ਬਣਨਾ ਉਹ ਪ੍ਰਭੂ ਨੇ ਜਗ੍ਹਾ ਚੁਣ ਲਈ। ਜਦੋਂ ਤੱਕ ਕਿ ਉਸਨੇ ਸਾਨੂੰ ਆਪਣੇ ਮੰਦਰ ਬਣਾਉਣਾ, ਉਸ ਸਮੇਂ ਤੱਕ ਮੰਦਰ ਉੱਥੇ ਬਣਿਆ ਰਿਹਾ। ਉੱਥੇ ਇੱਕ ਵਾਰੀ ਬਣਾਇਆ ਗਿਆ, ਦੂਜੀ ਵਾਰੀ ਫਿਰ ਉਸਦੀ ਰਿਪੇਅਰ ਕੀਤੀ ਗਈ, ਤੀਜੀ ਵਾਰੀ ਬਣਾਇਆ ਗਿਆ, ਉੱਥੇ ਹੀ ਉਹ ਮੰਦਰ ਰਿਹਾ। ਔਰ ਅੱਜ ਵੀ ਲੋਕ ਉੱਥੇ ਜਾਂਦੇ, ਦਾਊਦ ਦੇ ਸ਼ਹਿਰ ਨੂੰ ਜਾਂਦੇ ਆ, ਦੇਖਦੇ ਆ ਉਹਨਾਂ ਚੀਜ਼ਾਂ। ਇਹ ਬਰਕਤ ਪ੍ਰਭੂ ਨੇ ਦਿੱਤੀ ਹੈ ਉਸਨੂੰ। ਲੇਕਿਨ ਇੱਕ ਚੀਜ਼ ਦੇਖੋ ਕਿੰਨੀ ਪਿਆਰੀ ਹੈ। ਜੇ ਦਾਊਦ ਨੂੰ ਪਤਾ ਆ ਕਿ ਪ੍ਰਭੂ ਜਿਸਲੇ ਸਜ਼ਾ ਦਿੰਦਾ ਆ ਨਾ ਤੇ ਆਪਣੀ ਦਇਆ ਦੇ ਵਿੱਚੋਂ ਦਿੰਦਾ, ਉਸਨੇ ਕਿਹਾ ਕਿ ਮੈਂ ਲੋਕਾਂ ਦੇ ਹੱਥੀਂ ਨਹੀਂ ਪੈਣਾ ਮੰਗਦਾ, ਮੈਂ ਪ੍ਰਭੂ ਦੇ ਹੱਥੀਂ ਪੈਣਾ ਪਸੰਦ ਕਰਦਾ, ਜਿਹੜੀ ਮਰਜ਼ੀ ਉਹ ਸਜ਼ਾ ਦੇ ਦੇਵੇ। ਕਿਉਂ? ਉਸਨੂੰ ਪਤਾ ਲੱਗ ਚੁੱਕਾ ਕਿ ਜਿਸ ਵੇਲੇ ਮੈਂ ਗੁਨਾਹ ਕੀਤਾ ਸੀ ਤਾਂ ਮੈਂ ਆਪਣੇ ਆਪ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਸੀ ਤੇ ਪ੍ਰਭੂ ਨੇ ਸਿਰਫ ਤੇ ਸਿਰਫ ਉਸ ਦਾ 1% ਜਿੰਨੀ ਸਜ਼ਾ ਮੈਂ ਆਪਣੇ ਆਪ ਨੂੰ ਦਿੱਤੀ ਸੀ, ਪ੍ਰਭੂ ਨੇ ਉਸ ਦੀ 1% ਵੀ ਮੈਨੂੰ ਸਜ਼ਾ ਨਹੀਂ ਦਿੱਤੀ। ਮੈਨੂੰ ਦੁੱਖਾਂ ਵਿੱਚੋਂ ਦੀ ਗੁਜ਼ਰਨਾ ਪਿਆ, ਮੈਨੂੰ ਅਥਰੂਆਂ ਦੇ ਵਿੱਚ ਦੀ ਗੁਜ਼ਰਨਾ ਪਿਆ, ਲੇਕਿਨ ਉਸ ਦੀ ਦਇਆ ਨੇ ਮੈਨੂੰ ਰੋਇਆ ਨਹੀਂ। ਸੋ ਦਾਊਦ ਹੁਣ ਇਹ ਕੀ ਚੀਜ਼ ਕਹਿਣ ਤੋਂ ਦੇਖੋ ਡਰਦਾ ਨਹੀਂ ਪਿਆ। ਉਸਨੇ ਕਿਹਾ ਇਹਨਾਂ ਵਿਚਾਰਿਆਂ ਨੂੰ ਕਹਿੰਦਾ ਛੱਡ ਦੇ, ਇਹ ਵਿਚਾਰਿਆਂ ਨੇ ਕੀ, ਇਹ ਪਾਪ ਤਾਂ ਮੈਂ ਕੀਤਾ, ਇਹਨਾਂ ਵਿਚਾਰਿਆਂ ਨੂੰ ਨਹੀਂ ਕਰਨਾ ਕਰ, ਤੂੰ ਮੇਰਾ ਘਰਾਨਾ ਖਤਮ ਕਰ ਦੇ। ਪ੍ਰਭੂ ਨੂੰ ਬੜੀ ਚੰਗੀ ਲੱਗੀ ਉਹ ਚੀਜ਼, ਬੜੀ ਪਿਆਰੀ ਲੱਗੀ। ਹੱਥ ਤੋਂ ਉਹਨੇ ਪਹਿਲਾਂ ਹੀ ਰੋਕ ਦਿੱਤਾ ਸੀ ਉਹਦਾ, ਪਰ ਪ੍ਰਭੂ ਨੇ ਫਿਰ ਕਿਹਾ ਅੱਛਾ ਹੁਣ ਤੈਨੂੰ ਅਗਲੀ ਚੀਜ਼, ਹੁਣ ਤੈਨੂੰ ਮੈਂ ਅਗਲੀ ਚੀਜ਼। ਸੋ ਪ੍ਰਭੂ ਨੇ ਉਹ ਜਗ੍ਹਾ ਦਿੱਤੀ ਜਿਹੜੀ ਜਿੱਥੇ ਪ੍ਰਭੂ ਦਾ ਮੰਦਰ ਬਣਨਾ, ਪਰ ਪ੍ਰਭੂ ਦੇ ਦਾਊਦ ਦੇ ਅੰਦਰ ਜੋ ਯਿਸੂ ਮਸੀਹ ਦਾ ਅੰਸ਼ ਆ ਉਸਨੇ ਉਹ ਖਰੀਦੀ ਆ। ਇਸੇ ਤਰ੍ਹਾਂ ਉਸਨੇ ਸਾਨੂੰ ਖਰੀਦਿਆ ਹੈ। ਦੋ ਜ਼ਬੂਰ ਪੜਾਂਗੇ, ਸਾਮ 33, ਸਾਮ 131। ਮੈਂ ਪੜ੍ਹ ਦਿੰਦੀ ਹਾਂ। ਤੁਸੀਂ ਪੜ੍ਹਦੇ ਹੋ ਬ੍ਰਦਰ, ਜੇ ਪੜ੍ਹਨਾ? ਸਾਮ 33 ਕੋਈ ਕੀ ਜਣਾ ਸਾਮ 33 ਪੜ੍ਹਦੇ ਹੋ ਬ੍ਰਦਰ ਜੀ, ਤੁਸੀਂ ਸਾਮ 33 ਪੜ੍ਹਦੇ ਹੋ, ਸਿਸਟਰ ਜੀ ਤੁਸੀਂ ਸਾਮ 131 ਪੜ੍ਹਦਾ। ਚਲੋ ਠੀਕ ਹੈ, ਮੈਂ 33 ਪੜ੍ਹ ਦਿੰਦਾ। ਪ੍ਰਭੂ ਦੀ ਉਸਤਤ, ਹੇ ਧਰਮੀਓ ਪ੍ਰਭੂ ਦੀ ਜੈ ਜੈਕਾਰ ਕਰੋ। ਉਸਤਤ ਕਰਨਾ ਹੀ ਭਲੇ ਮਨੁੱਖ ਨੂੰ ਸ਼ੋਭਾ ਦਿੰਦਾ ਹੈ। ਸਰੰਗੀ ਵਜਾ ਕੇ ਪ੍ਰਭੂ ਦੀ ਉਸਤਤ ਕਰੋ, ਤਾਰ ਦਾ ਸਿਤਾਰ ਨਾਲ ਉਸ ਦੀ ਮਹਿਮਾ ਕਰੋ। ਪ੍ਰਭੂ ਦੇ ਲਈ ਇੱਕ ਨਵਾਂ ਗੀਤ ਗਾਓ, ਸਿਤਾਰ ਵਜਾ ਕੇ ਉੱਚੀ ਨਾਲ ਗਾਓ। ਪ੍ਰਭੂ ਦਾ ਵਚਨ ਭਲਾ ਹੈ, ਉਸਦੇ ਸਭ ਕੰਮ ਭਰੋਸੇਯੋਗ ਹਨ। ਉਹ ਸੱਚਾਈ ਅਤੇ ਨਿਆਂ ਨੂੰ ਪਿਆਰ ਕਰਦਾ ਹੈ, ਉਹ ਉਸਦੀ ਦਇਆ ਨਾਲ ਧਰਤੀ ਭਰਪੂਰ ਹੈ। ਪ੍ਰਭੂ ਦੇ ਸ਼ਬਦ ਦੁਆਰਾ ਆਕਾਸ਼ਾਂ ਦੀ ਸਿਰਜਣਾ ਹੋਈ ਅਤੇ ਉਸਦੇ ਮੂੰਹ ਦੇ ਬੋਲਾਂ ਦੁਆਰਾ ਸਭ ਚੀਜ਼ਾਂ ਪੈਦਾ ਹੋਈਆਂ। ਉਸਨੇ ਸਭ ਪਾਣੀਆਂ ਨੂੰ ਸਮੁੰਦਰ ਦੇ ਰੂਪ ਵਿੱਚ ਇੱਕ ਥਾਂ ਇਕੱਠਾ ਕੀਤਾ। ਹਾਂ, ਉਸਨੇ ਸਭ ਡੂੰਘਾਈਆਂ ਦੇ ਪਾਣੀ ਇਕੱਠੇ ਕੀਤੇ। ਸਭ ਧਰਤੀ ਪ੍ਰਭੂ ਦਾ ਡਰ ਰੱਖੇ, ਸਭ ਲੋਕ ਉਸਦਾ ਭੈ ਮੰਨਣ, ਕਿਉਂਕਿ ਪ੍ਰਭੂ ਨੇ ਕਿਹਾ ਅਤੇ ਉਹ ਹੋ ਗਿਆ। ਉਸਨੇ ਆਗਿਆ ਦਿੱਤੀ ਅਤੇ ਉਹ ਸਥਾਪਿਤ ਹੋ ਗਿਆ। ਪ੍ਰਭੂ ਨੇ ਰਾਸ਼ਟਰਾਂ ਦੇ ਉਦੇਸ਼ ਹੀ ਖਤਮ ਕਰ ਦਿੱਤੇ। ਉਸਨੇ ਕੌਮਾਂ ਦੀਆਂ ਵਿਉਂਤਾਂ ਵੀ ਅਸਫਲ ਕਰ ਦਿੱਤੀਆਂ।
ਪਰ ਪ੍ਰਭੂ ਦੇ ਉਦੇਸ਼ ਸਦਾ ਰਹਿਣ ਵਾਲੇ ਹਨ। ਉਸ ਦੇ ਵਿਚਾਰ ਹਮੇਸ਼ਾ ਸਫਲ ਹੁੰਦੇ ਹਨ। ਉਹ ਲੋਕ ਧਨ ਹਨ ਜਿਨ੍ਹਾਂ ਦਾ ਪਰਮੇਸ਼ਵਰ ਪ੍ਰਭੂ ਹੈ। ਉਹ ਲੋਕ ਜਿਨ੍ਹਾਂ ਨੂੰ ਉਸਨੇ ਚੁਣਿਆ ਹੈ। ਪ੍ਰਭੂ ਸਵਰਗ ਤੋਂ ਹੇਠ ਝਾਤ ਮਾਰਦਾ ਹੈ। ਉਹ ਸਾਰੀ ਮਾਨਵ ਜਾਤੀ ਨੂੰ ਦੇਖਦਾ ਹੈ। ਉਹ ਆਪਣੇ ਰਾਜ ਸਿੰਘਾਸਣ ਤੇ ਬੈਠਾ ਹੈ ਅਤੇ ਸਭ ਧਰਤੀ ਨਿਵਾਸੀਆਂ ਨੂੰ ਦੇਖਦਾ ਹੈ। ਉਹ ਉਹਨਾਂ ਦੇ ਸਭ ਵਿਚਾਰਾਂ ਨੂੰ ਘੜਦਾ ਹੈ ਅਤੇ ਉਹਨਾਂ ਦੇ ਕੰਮਾਂ ਦੀ ਜਾਂਚ ਕਰਦਾ ਹੈ। ਰਾਜਾ ਦਾ ਬਚਾਅ ਉਸ ਦੀ ਸੈਨਾ ਦੁਆਰਾ ਨਹੀਂ ਹੁੰਦਾ, ਨਾ ਹੀ ਇੱਕ ਬਲੀ ਮਨੁੱਖ ਦਾ ਛੁਟਕਾਰਾ ਉਸ ਦੇ ਬਲ ਦੁਆਰਾ। ਲੜਾਈ ਦੇ ਘੋੜੇ ਤੇ ਜਿੱਤ ਦੀ ਉਮੀਦ ਰੱਖਣਾ ਬੇਸਮਝੀ ਹੈ, ਕਿਉਂਕਿ ਉਹ ਆਪਣੀ ਵੱਡੀ ਸ਼ਕਤੀ ਨਾਲ ਬਚਾਅ ਨਹੀਂ ਕਰ ਸਕਦਾ। ਪ੍ਰਭੂ ਆਪਣੇ ਡਰ ਰੱਖਣ ਵਾਲਿਆਂ ਤੇ ਨਜ਼ਰ ਰੱਖਦਾ ਹੈ। ਉਸ ਦੀ ਦਇਆ ਉਸ ਦੀ ਉਡੀਕ ਕਰਨ ਵਾਲਿਆਂ ਤੇ ਹੈ। ਉਹ ਉਹਨਾਂ ਦੇ ਪ੍ਰਾਣਾਂ ਦੀ ਮੌਤ ਤੋਂ ਰੱਖਿਆ ਕਰਦਾ ਹੈ ਅਤੇ ਉਹਨਾਂ ਨੂੰ ਅਕਾਲ ਦੇ ਦਿਨਾਂ ਵਿੱਚ ਜਿਉਂਦਾ ਰੱਖਦਾ ਹੈ। ਅਸੀਂ ਪ੍ਰਭੂ ਤੇ ਉਮੀਦ ਰੱਖਦੇ ਹਾਂ। ਉਹ ਸਾਡਾ ਮਦਦਗਾਰ ਅਤੇ ਢਾਲ ਹੈ। ਸਾਡੇ ਮਨ ਉਸ ਤੋਂ ਪ੍ਰਸੰਨ ਹਨ, ਕਿਉਂਕਿ ਅਸੀਂ ਉਸ ਦੇ ਪਵਿੱਤਰ ਨਾਂ ਤੇ ਭਰੋਸਾ ਰੱਖਿਆ ਹੈ। ਪ੍ਰਭੂ ਤੇਰੀ ਦਇਆ ਸਾਡੇ ਤੇ ਹੋਵੇ ਅਤੇ ਅਸੀਂ ਤੇਰੇ ਤੋਂ ਇਸੇ ਦੀ ਹੀ ਆਸਾ ਰੱਖਦੇ ਹਾਂ। ਇਹ ਹੈ ਪ੍ਰਭੂ ਦਾ ਸਾਥ। ਇਹ ਹੈ ਪ੍ਰਭੂ ਦਾ ਸਾਥ। ਦੁੱਖਾਂ ਦੇ ਵਿੱਚ ਉਹ ਆਪ ਸਾਨੂੰ ਆਪਣੇ ਨੇੜੇ ਲੈ ਕੇ ਆਉਂਦਾ, ਜਿਹੜਾ ਬਹੁਤ ਜ਼ਰੂਰੀ ਆ। ਸਾਡਾ ਪ੍ਰਭੂ ਦੇ ਨੇੜੇ ਆਉਣਾ ਬਹੁਤ ਜ਼ਰੂਰੀ ਆ। ਸਾਡੀ ਤਿਆਰੀ ਇਸ ਧਰਤੀ ਦੇ ਲਈ ਨਹੀਂ ਹੋ ਰਹੀ, ਸਾਡੀ ਤਿਆਰੀ ਘਰ ਦੇ ਲਈ ਹੋ ਰਹੀ। ਮਾਂ ਜਿਸ ਲਈ ਤੁਸੀਂ ਹਮੇਸ਼ਾ ਦੇਖੋਗੇ ਕਿ ਮਾਂ ਆਪਣੇ ਪੁੱਤ ਦੇ ਨਾਲੋਂ ਆਪਣੀਆਂ ਧੀਆਂ ਦੇ ਉੱਤੇ ਉਹਦੀ ਅੱਖ ਵੀ ਕਰੜੀ ਹੁੰਦੀ ਹੈ, ਉਹਦਾ ਹੱਥ ਵੀ ਤਕੜਾ ਹੁੰਦਾ ਤੇ ਉਹਦੀ ਆਵਾਜ਼ ਦੇ ਵਿੱਚ ਵੀ ਖਣਕ ਹੁੰਦੀ ਹੈ। ਇੱਥੇ ਤਾਂ ਚਲੋ ਇੰਨਾ ਨਹੀਂ ਕਹਿੰਦੇ, ਹਿੰਦੁਸਤਾਨ ਦੇ ਵਿੱਚ ਤਾਂ ਮੱਤ ਮਾਰ ਲੈਂਦੇ ਸੀਗੇ, ਤੂੰ ਪਰਾਇਆ ਧਨ ਆ, ਤੂੰ ਕਿਸੇ ਦੇ ਘਰ ਜਾਣਾ, ਕੀ ਕਹਿਣਗੇ। ਤੈਨੂੰ ਤਾਂ ਲੂਣ ਪਾਉਣਾ ਨਹੀਂ ਆਉਂਦਾ ਪਿਆ, ਤੈਨੂੰ ਤਾਂ ਆਹ ਕਰਨਾ ਨਹੀਂ ਆਉਂਦਾ ਪਿਆ, ਤੇਰੀ ਸੱਸ ਨੇ ਕੀ ਕਹਿਣਾ। ਕੰਨ ਪੱਕ ਜਾਂਦੇ ਸੀ ਕੁੜੀਆਂ ਵਿਚਾਰੀਆਂ ਦੇ ਸੁਣ ਸੁਣ ਕੇ। ਲੇਕਿਨ ਯਾਦ ਰੱਖੋ, ਅਗਰ ਮਾਂ ਆਪਣੀ ਬੇਟੀ ਨੂੰ ਏਦਾਂ ਕਹਿ ਸਕਦੀ ਹੈ ਤੇ ਪਵਿੱਤਰ ਆਤਮਾ ਮਾਂ ਦੀ ਤਰ੍ਹਾਂ ਆ। ਉਹ ਮਾਂ ਦਾ ਇੱਕ ਰੂਪ ਆ। ਉਹ ਸਾਨੂੰ ਤਿਆਰ ਕਰਦਾ ਪਿਆ, ਘਰ ਦੇ ਲਈ ਤਿਆਰ ਕਰਦਾ ਪਿਆ। ਪਵਿੱਤਰ ਆਤਮਾ ਰੌਲਾ ਪਾਉਣ ਨੂੰ ਨਹੀਂ ਦਿੱਤਾ ਗਿਆ, ਪਵਿੱਤਰ ਆਤਮਾ ਤਿਆਰੀ ਦੇ ਲਈ ਦਿੱਤਾ ਗਿਆ। ਉਹ ਸਾਨੂੰ ਤਿਆਰ ਕਰਦਾ। ਦੁੱਖ ਆਉਂਦੇ ਉਹ ਆ ਲੈਣ ਨਹੀਂ ਹੁੰਦਾ। ਉਹਨਾਂ ਦੁੱਖਾਂ ਤੋਂ ਸਫਾਈ ਪੈਦਾ ਹੁੰਦੀ ਆ, ਕਲੈਂਸਿੰਗ ਹੁੰਦੀ ਆ। ਫਿਰ ਅਸੀਂ ਉਸ ਨੂੰ ਟੱਪ ਜਾਂਦੇ, ਫਿਰ ਸਾਡੀ ਸ਼ੁਕਰਗੁਜ਼ਾਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿਹਦਿਆਂ ਹੱਥਾਂ ਦੇ ਵਿੱਚ ਪੈਣਾ ਸਾਡਾ ਭਲਾ ਆ। ਔਰ ਇਸ ਤਰ੍ਹਾਂ ਪ੍ਰਭੂ ਸਾਨੂੰ ਅੱਗੇ ਲੈ ਕੇ ਜਾਂਦਾ। ਕਿੰਨਾ ਪਿਆਰਾ ਜ਼ਬੂਰ, ਦੁਬਾਰਾ ਜ਼ਰੂਰ ਪੜ੍ਹਿਓ ਅੱਜ ਅਸੀਂ। ਇਹ ਜ਼ਬੂਰ ਬਹੁਤ ਹੀ ਪਿਆਰਾ, ਬਹੁਤ ਮੀਨਿੰਗਫੁਲ ਜ਼ਬੂਰ ਹੈ। ਸੋ ਆਓ ਹੁਣ ਅਸੀਂ 131 ਜ਼ਰੂਰ ਪੜ੍ਹੀਏ, ਫਿਰ ਅਸੀਂ ਦੁਆ ਕਰਾਂਗੇ। हे प्रभु, मेरा मन हंकारी नहीं, ना ही मेरियां ਅੱਖਾਂ ਵਿੱਚ ਘਮੰਡ ਹੈ। ਮੈਂ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਨਹੀਂ ਲਾਉਂਦਾ ਜੋ ਮੇਰੇ ਲਈ ਬਹੁਤ ਵੱਡੀਆਂ ਜਾਂ ਅਚਰਜ ਹਨ। ਮੈਂ ਉਸ ਤਰ੍ਹਾਂ ਸ਼ਾਂਤ ਅਤੇ ਚੁੱਪ ਹਾਂ ਜਿਸ ਤਰ੍ਹਾਂ ਦੁੱਧ ਚੁੰਘਾਇਆ ਬੱਚਾ, ਛੁਡਾਇਆ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਹੈ। ਮੈਂ ਉਸ ਤਰ੍ਹਾਂ ਸ਼ਾਂਤ ਅਤੇ ਚੁੱਪ ਹਾਂ ਜਿਸ ਤਰ੍ਹਾਂ ਦੁੱਧ ਛੁਡਾਇਆ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਚੁੱਪ ਹੁੰਦਾ ਹੈ। ਮੇਰਾ ਮਨ ਮੇਰੇ ਅੰਦਰ ਠੀਕ ਉਸੇ ਵਰਗਾ ਹੈ। हे ਇਜ਼ਰਾਈਲ, ਪ੍ਰਭੂ ਤੇ ਹਮੇਸ਼ਾ ਭਰੋਸਾ ਰੱਖ। ਇਹ ਦੋ ਜ਼ਬੂਰਾਂ ਨੂੰ ਅੱਜ ਤੁਸੀਂ ਪੜ੍ਹਿਓ 2-3 ਵਾਰੀ, ਔਰ ਫਿਰ ਮੈਂ ਕੱਲ ਨੂੰ ਤੁਹਾਨੂੰ ਕੁਐਸਚਨ ਪੁੱਛੂੰਗਾ ਕਿ ਤੁਹਾਨੂੰ ਪ੍ਰਭੂ ਨੇ ਇਹਦੇ ਵਿੱਚੋਂ ਦੀ ਕੀ ਦਿਖਾਇਆ, ਤੁਹਾਨੂੰ ਕੀ ਕਹਿ ਰਿਹਾ ਇਹਦੇ ਵਿੱਚ ਦੀ। ਤੁਹਾਡੇ ਆਪਣੇ ਹਾਲਾਤ ਦੇ ਵਿੱਚ ਇਹ ਜ਼ਬੂਰ, ਜਿਸ ਹਾਲਾਤ ਵਿੱਚ ਤੁਸੀਂ ਬੈਠੇ ਹੋ, ਚਾਹੇ ਉਚਾਈ ਤੇ ਬੈਠੇ हैं, चाहे नियमाई पे बैठे हो, that make no difference in God। ਉਹਦਾ ਕੋਈ ਖਾਸ ਫਰਕ ਨਹੀਂ ਹੁੰਦਾ। ਜਿੱਥੇ ਵੀ ਤੁਸੀਂ ਬੈਠੇ ਆ, ਇਹ ਦੋ ਜ਼ਬੂਰ ਕੀ ਕਹਿ ਰਹੇ,
ਕੱਲ ਮੈਂ ਥੋੜਾ ਜਿਹਾ ਸਮਾਂ ਤੁਹਾਨੂੰ ਸਾਰਿਆਂ ਨੂੰ ਦਊਂਗਾ। ਅਗਰ ਜੋ ਵੀ ਹੋਇਆ, ਜੋ ਵੀ ਤੁਹਾਡੇ ਮਨ ਚ ਪ੍ਰਭੂ ਪਾਏ, ਆਪਣਾ ਵਿਚਾਰ ਕੱਲ ਨੂੰ ਇਹਦੇ ਬਾਰੇ ਕਰੋ। Let us pray। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੂੰ ਸਾਨੂੰ ਅੱਜ ਇਹ ਪਵਿੱਤਰ ਮੌਕਾ ਦਿੱਤਾ, ਇਹ ਮਹਾਨ ਮੌਕਾ ਦਿੱਤਾ ਖੁਦਾਵੰਦ, ਤੇਰੇ ਇਸ ਛੋਟੇ ਜਿਹੇ ਚੈਪਟਰ ਦੇ ਵਿੱਚੋਂ ਅਸੀਂ ਤੇਰੇ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਤੇਰੀਆਂ ਦੇਖੀਆਂ ਕਿ ਪਿਆਰੇ ਪ੍ਰਭੂ ਤੂੰ ਕਿਸ ਤਰ੍ਹਾਂ ਸਾਡੇ ਦੁਸ਼ਮਣਾਂ ਨੂੰ ਵੀ ਜਾਣਦਾ ਹੈ, ਕਿਸ ਤਰ੍ਹਾਂ ਤੂੰ ਜਾਣਦਾ ਕਿ ਸਾਡੇ ਆਪਣੇ ਕੀ ਕਰਨਗੇ। ਪ੍ਰਭੂ ਜੀ ਤੂੰ ਇਸ ਦੇ ਨਾਲ 3 ਚੀਜ਼ਾਂ ਦਾਊਦ ਦੇ ਨਾਲ ਕੀਤੀਆਂ। ਦਾਊਦ ਦੇ ਅੰਤਕਰਨ ਨੂੰ ਪ੍ਰਭੂ ਜੀ ਤੂੰ ਉਸਨੂੰ ਪਤਾ ਲੱਗਦਾ ਸੀ, ਪਤਾ ਲੱਗ ਗਿਆ ਉਸਦਾ ਅੰਤਕਰਨ ਕਿਸ ਤਰ੍ਹਾਂ ਖੁਦਾਵੰਦ ਤੇਰੀ ਹਜ਼ੂਰੀ ਤੋਂ, ਤੇਰੇ ਖਿਲਾਫ ਕਿਸੇ ਵੀ ਚੀਜ਼ ਕੀਤੀ ਤਾਂ ਪ੍ਰਭੂ ਜੀ ਉਹ ਡਰਦਾ ਔਰ ਆਪਣੇ ਰਿਸ਼ਤੇ ਨੂੰ ਤੇਰੇ ਨਾਲ ਸਾਫ਼ ਰੱਖਣਾ ਮੰਗਦਾ। ਕਿਸ ਤਰ੍ਹਾਂ ਉਸਦਾ ਭਰੋਸਾ ਪ੍ਰਭੂ ਜੀ ਕਿਸੇ ਤੇ ਨਹੀਂ, ਸਿਰਫ ਤੇਰੇ ਤੇ। ਦੂਸਰੀ ਚੀਜ਼ ਪ੍ਰਭੂ ਜੀ, ਤੂੰ ਆਪਣੇ ਬੰਦੇ ਨੂੰ ਆਪਣੀ ਦਿਆਲਤਾ ਦੇ ਨਾਲ ਭਰਿਆ ਗਿਆ, ਉਸਨੂੰ ਇਹ ਕਹਿਣ ਦੇ ਵਿੱਚ ਕੋਈ ਡਰ ਨਹੀਂ ਖੁਦਾਵੰਦ ਤੂੰ ਮੇਰੇ ਖਾਨਦਾਨ, ਜੇ ਤੂੰ ਸਜ਼ਾ ਹੀ ਦੇਣੀ ਹੈ ਤੇ ਮੈਨੂੰ ਤੇ ਮੇਰੇ ਖਾਨਦਾਨ ਨੂੰ ਦੇ। ਪਰ ਇਹ ਵਿਚਾਰੇ ਲੋਕ, ਕਾਸ਼ ਖੁਦਾਵੰਦ ਕਿ ਸਾਨੂੰ ਵੀ ਅੱਜ ਏਦਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਮਿਲੇ ਹੁੰਦੇ। ਔਰ ਇਸ ਕਰਕੇ ਦਾਊਦ ਨੂੰ ਮਹਾਨ ਰਾਜਾ ਕਿਹਾ ਜਾਂਦਾ, ਤੂੰ ਉਸਦੀ ਮਹਾਨਤਾ ਨੂੰ ਵਧਾਇਆ। ਔਰ ਪ੍ਰਭੂ ਜੀ ਤੂੰ ਉਸਨੂੰ ਉੱਚਾ ਕੀਤਾ। ਬੇਸ਼ੱਕ ਉਹ ਧਰਤੀ ਤੇ ਮੂੰਹ ਰੱਖ ਕੇ ਦੁਆ ਕਰ ਰਿਹਾ, ਪਰ ਖੁਦਾਵੰਦ ਮਾਫੀਆਂ ਮੰਗਦਾ ਪਿਆ, ਪਰ ਤੂੰ ਉਸਨੂੰ ਚੁੱਕ ਕੇ ਉੱਚਾ ਕੀਤਾ, ਉਚਾਈਆਂ ਤੱਕ ਲੈ ਗਿਆ। ਉਸਦੇ ਦੁਸ਼ਮਣਾਂ ਦਾ ਨਾਸ਼ ਕੀਤਾ ਔਰ ਖੁਦਾਵੰਦ ਤੂੰ ਉਸਨੂੰ ਮਾਣ ਦਿੱਤਾ, ਜਿਸ ਨੂੰ ਸਾਰਾ ਇਜ਼ਰਾਈਲ ਆਉਣ ਵਾਲੇ ਸਾਰਿਆਂ ਸਮਿਆਂ ਤੱਕ ਯਾਦ ਰੱਖੇਗਾ ਔਰ ਕਹੇਗਾ ਕਿ ਇਹ ਦਾਊਦ ਦਾ ਮੰਦਰ, ਇਹ ਪੇੜ ਦਾਊਦ ਨੇ ਖਰੀਦਿਆ ਸੀ। ਵਾਹ ਪ੍ਰਭੂ ਜੀ, ਤੂੰ ਤੇ ਤੇਰੀ ਮਾਂ ਖੁਦਾਵੰਦ ਇਸੇ ਤਰ੍ਹਾਂ ਤੂੰ ਸਾਡੇ ਸਭ ਦੇ ਨਾਲ ਬਣਿਆ ਹੈ। ਸਾਡੇ ਅੰਤਕਰਨ ਨੂੰ ਪ੍ਰਭੂ ਜੀ ਤੂੰ ਇਸੇ ਤਰ੍ਹਾਂ ਖੁਦਾਵੰਦ ਸਾਫ਼ ਔਰ ਸੁਥਰਾ ਰੱਖ ਔਰ ਪ੍ਰਭੂ ਜੀ ਸਾਨੂੰ ਆਪਣੀ ਹਜ਼ੂਰੀ ਦੇ ਨਾਲ ਭਰ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਇਹ ਮੰਗਦੇ ਹਾਂ ਔਰ ਤੇਰੇ ਕੋਲੋਂ ਹੀ ਪ੍ਰਭੂ ਜੀ ਅਸੀਂ ਸਭ ਕੁਝ ਪਾਉਂਦੇ ਹਾਂ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਕੱਲ ਮਿਲਾਂਗੇ। ਕੱਲ ਨੂੰ ਮੈਂ ਪਹਿਲਾਂ ਤੁਹਾਨੂੰ ਮੌਕਾ ਦਊਂਗਾ, ਫਿਰ ਉਸ ਤੋਂ ਬਾਅਦ ਅਸੀਂ ਪ੍ਰਭੂ ਦੇ ਵਚਨ ਚੱਕੇ ਜਾ। ਖੁਦਾਵੰਦ ਤੁਹਾਡੇ ਸਭ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇ।